ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜਸਟ ਪੰਜਾਬ ਚੈਨਲ। ਮੈਂ ਜਸਵੀਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਾਡਾ ਨੇਤਾ ਸਾਡੇ ਨਾਲ ਦੇ ਵਿੱਚ। ਅੱਜ ਅਸੀਂ ਪਹੁੰਚੇ ਹਾਂ ਹਲਕਾ ਕਾਦੀਆਂ ਦੇ ਵਿੱਚ, ਜਿੱਥੇ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਨਾਲ, ਜੋ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਤੋਂ ਲੋਕਾਂ ਦੇ ਸਵਾਲਾਂ ਦੇ ਜਵਾਬ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਦੇ ਨਾਲ। ਮਿਲਦੇ ਹਾਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਨਾਲ, ਕਰਦੇ ਹਾਂ ਉਹਨਾਂ ਨਾਲ ਗੱਲਬਾਤ, ਜਾਣਦੇ ਹਾਂ ਉਹਨਾਂ ਕੋਲ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਪਰ ਕੀ ਉਹਨਾਂ ਦੇ ਵਿਚਾਰ ਨੇ, ਕੀ ਜਿਹੜੀਆਂ ਮੁਸ਼ਕਲਾਂ ਵਾ ਜਨਤਾ ਨੂੰ ਅੱਜ ਆ ਰਹੀਆਂ। ਕਰਦੇ ਉਹਨਾਂ ਨਾਲ ਗੱਲਬਾਤ, ਨਾਲ ਕੁਝ ਉਹਨਾਂ ਨਾਲ ਕਰਾਂਗੇ ਜ਼ਿੰਦਗੀ ਦੇ ਨਿੱਜੀ ਤਜਰਬੇ ਸਾਂਝੇ। ਸੋ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਤੇ ਸੇਖਵਾਂ ਪਰਿਵਾਰ ਦਾ ਨਾਮ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ, ਚਾਹੇ ਉਹ ਸਵਰਗਵਾਸੀ ਉਜਾਗਰ ਸਿੰਘ ਸੇਖਵਾਂ ਹੋਣ ਜਾਂ ਜਥੇਦਾਰ ਸੇਵਾ ਸਿੰਘ ਸੇਖਵਾਂ। ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਪੁੱਤਰ ਸਰਦਾਰ ਜਗਰੂਪ ਸਿੰਘ ਸੇਖਵਾਂ ਦੇ ਨਾਲ, ਜਿਨ੍ਹਾਂ ਨੇ ਅੱਜ ਸਾਨੂੰ ਵਿਸ਼ੇਸ਼ ਸਮਾਂ ਦਿੱਤਾ। ਉਹਨਾਂ ਤੋਂ ਜਾਣਾਂਗੇ ਕੁਝ ਉਹਨਾਂ ਦੀ ਜ਼ਿੰਦਗੀ ਦੇ ਨਿੱਜੀ ਤਜਰਬੇ। ਸਰਦਾਰ ਸੇਵਾ ਸਿੰਘ ਸੇਖਵਾਂ ਦੇ ਜੀਵਨ ਦੇ ਉੱਪਰ ਵੀ ਉਹਨਾਂ ਨੂੰ ਜ਼ਰੂਰ ਕਹਾਂਗੇ ਕੁਝ ਸਾਡੇ ਸਰੋਤਿਆਂ ਨੂੰ ਦੱਸਣ। ਆਓ ਸਭ ਤੋਂ ਪਹਿਲੇ ਸੇਖਵਾਂ ਸਾਹਿਬ ਦਾ ਸਵਾਗਤ ਕਰਦੇ ਹਾਂ। ਸੇਖਵਾਂ ਸਾਹਿਬ, ਕੀ ਹਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਠੀਕ ਠਾਕ ਹੋ ਜੀ? ਵਧੀਆ ਜੀ, ਠੀਕ ਠਾਕ। ਮਿਹਰਬਾਨੀ, ਤੁਸੀਂ ਸੁਣਾਓ? ਵਾਹ ਜੀ ਵਧੀਆ। ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਸੇਖਵਾਂ ਪਰਿਵਾਰ, ਇੱਕ ਸੇਖਵਾਂ ਪੰਜਾਬ ਦੇ ਵਿੱਚ ਨਾਮ ਬਣ ਚੁੱਕਾ, ਕੀ ਸਮਝਦੇ ਹੋ ਕਿ ਸੇਖਵਾਂ ਨਾਮ ਕੀ ਆ, ਸੇਖਵਾਂ ਪਰਿਵਾਰ ਕੀ ਆ? ਜ਼ਰੂਰ ਸਾਡੇ ਜਿਹੜੇ ਸਰੋਤੇ ਆ ਇਹਨਾਂ ਨੂੰ ਦੱਸੋ। ਦੇਖੋ, ਸਾਡਾ ਜਿਹੜਾ ਪਰਿਵਾਰ ਦਾ ਸਿਆਸੀ ਪਿਛੋਕੜ ਆ, ਮੇਰੇ ਸਵਰਗੀ ਦਾਦਾ ਜੀ ਜਥੇਦਾਰ ਉਜਾਗਰ ਸਿੰਘ ਜੀ ਸੇਖਵਾਂ ਤੋਂ ਸ਼ੁਰੂ ਹੁੰਦਾ। ਉਹਨਾਂ ਨੇ ਬਹੁਤ ਘਾਲਣਾ ਘਾਲੀਆਂ। ਅਕਾਲੀ ਦਲ ਦੇ ਫਾਊਂਡਿੰਗ ਮੈਂਬਰ ਸੀਗੇ। ਇੱਥੋਂ ਸੇਖਵਾਂ ਪਿੰਡ ਤੋਂ ਮੈਂਬਰ ਪੰਚਾਇਤ ਬਣ ਕੇ ਜੀ ਤੇ ਅਕਾਲੀ ਦਲ ਦੇ ਪ੍ਰਧਾਨ ਬਣੇ ਜੀ। ਬੜਾ ਲੰਬਾ ਸਿਆਸੀ ਸਫ਼ਰ ਉਹਨਾਂ ਤੈਅ ਕੀਤਾ। ਬਹੁਤ ਸਾਰੀ ਐਜੀਟੇਸ਼ਨਾਂ 'ਚ, ਮੋਰਚਿਆਂ 'ਚ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਰੀਬ 14 ਸਾਲ ਉਹਨਾਂ ਪੰਜਾਬ ਦੇ ਹੱਕ ਅਤੇ ਹਕੂਕਾਂ ਦੀ ਰਾਖੀ ਕਰਨ ਲਈ ਕੈਦਾਂ ਵੀ ਕੱਟੀਆਂ ਜੀ। ਔਰ ਬੜਾ 2 ਵਾਰ ਕਾਹਨੂੰਆਣ ਤੋਂ MLA ਵੀ ਰਹੇ। ਜੀ ਜੀ। ਸਤਨਾਮ ਸਿੰਘ ਜੀ ਬਾਜਵਾ ਨੂੰ ਉਹਨਾਂ ਹਰਾਇਆ ਜੀ। ਅਤੇ ਬੜਾ ਲੰਬਾ ਸਿਆਸੀ ਪਿਛੋਕੜ ਆ। ਉਹਨਾਂ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਹਾਂਜੀ। ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਪਹਿਲੋਂ ਅਧਿਆਪਕ ਰਹੇ ਸੀ, 14 ਸਾਲ ਪੰਜਾਬੀ ਦੇ ਟੀਚਰ ਸੀਗੇ। ਫਿਰ ਉਹਨਾਂ ਦਾਦਾ ਜੀ ਦੀ ਡੈਥ ਤੋਂ ਬਾਅਦ ਫਿਰ ਉਹ ਸਿਆਸਤ 'ਚ ਆਏ। ਫਿਰ 97 ਚੋਂ ਪਹਿਲੀ ਵਾਰ MLA ਬਣੇ, ਰੈਵਨਿਊ ਮਿਨਿਸਟਰ ਬਣੇ। ਬਹੁਤ ਵਧੀਆ ਉਹਨਾਂ ਕੰਮ ਕੀਤਾ। ਅਜੇ ਵੀ ਲੋਕ ਜੋ ਸੁਧਾਰ ਉਹਨਾਂ ਉਸ ਵੇਲੇ ਲਿਆਂਦੇ ਅਜੇ ਵੀ ਲੋਕ ਯਾਦ ਕਰਦੇ ਆ। ਫਿਰ ਦੂਸਰੀ ਵਾਰਾਂ ਉਹ ਜਦੋਂ ਬਾਈ ਇਲੈਕਸ਼ਨ ਹੋਈ ਆ ਕਾਨੂੰਆਣ ਵਾਲੀ, ਉਦੋਂ MLA ਬਣ ਕੇ ਅਤੇ ਸਿੱਖਿਆ ਮੰਤਰੀ ਬਣੇ ਆ ਜੀ। ਉਹ ਵੀ ਉਹਨਾਂ ਨੇ ਉਸ ਵੇਲੇ ਵੀ ਜਿਹੜਾ ਉਹਨਾਂ ਕੰਮ ਕੀਤਾ, ਉਹ ਵੀ ਅਜੇ ਤੱਕ ਪੰਜਾਬ ਦੇ ਲੋਕ ਯਾਦ ਕਰਦੇ ਆ ਕਿ ਸੇਖਵਾਂ ਸਾਹਿਬ ਕੋਈ ਐਜੂਕੇਸ਼ਨ ਮਿਨਿਸਟਰ ਰਿਹਾ, ਉਹਨੇ ਰਿਫੋਰਮਸ ਲਿਆਂਦੇ। ਸੋ ਮੈਂ ਵਿਸ਼ੇ ਤੋਂ ਥੋੜ੍ਹਾ ਹਟ ਕੇ ਤੁਹਾਨੂੰ ਪੁੱਛਾਂ, ਇੱਕ ਨਿੱਜੀ ਜ਼ਿੰਦਗੀ ਦੇ ਆਧਾਰ 'ਤੇ ਤੁਹਾਨੂੰ ਜਿਹੜੀ ਸੇਖਵਾਂ ਸਾਹਿਬ ਦੀ ਘਾਟ ਆ ਕਿੰਨੀ ਕੁ ਜ਼ਿੰਦਗੀ 'ਚ ਜਿਹੜੀ ਮਹਿਸੂਸ ਹੋ ਰਹੀ ਹੈ? ਕਿਉਂਕਿ ਆਪਾਂ ਰਾਜਨੀਤਿਕ ਵਿਸ਼ੇ 'ਤੇ ਬਾਅਦ 'ਚ ਗੱਲ ਕਰਾਂਗੇ, ਪਹਿਲੇ ਥੋੜ੍ਹਾ ਨਿੱਜੀ ਵਿਸ਼ੇ 'ਤੇ ਗੱਲ ਕਰੀਏ। ਕਿੰਨੀ ਕੁ ਤੁਸੀਂ ਜਿਹੜੀ ਉਹਨਾਂ ਦੀ ਘਾਟ ਮਹਿਸੂਸ ਕਰ ਰਹੇ ਹੋ, ਚਾਹੇ ਉਹ ਪਿਛਲੀਆਂ ਇਲੈਕਸ਼ਨਾਂ ਹੋਣ ਜਾਂ ਇੱਕ ਨਿੱਜੀ ਤੌਰ 'ਤੇ ਇੱਕ ਫਾਦਰ ਦਾ ਚਲੇ ਜਾਣਾ? ਅਸੀਂ ਵੀ ਜਾਣਦੇ ਹਾਂ ਕਿ ਬਹੁਤ ਦੁੱਖ ਦੀ ਘੜੀ ਹੁੰਦੀ ਹੈ ਹਰੇਕ ਇਨਸਾਨ ਲਈ, ਅਤੇ ਕਿੰਨੀ ਕੁ ਉਹਨਾਂ ਦੀ ਜਿਹੜੀ ਕਮੀ ਆ ਮਹਿਸੂਸ ਹੋ ਰਹੀ ਆ? ਵੇਖੋ, ਇੱਕ ਫਾਦਰ ਦੇ ਜਾਣ ਦਾ ਹੀ ਬੜਾ ਵੱਡਾ ਖਲਾਅ ਪੈਦਾ ਹੋ ਜਾਂਦਾ ਪਰਿਵਾਰ 'ਚ ਜੀ। ਉਹ ਮੇਰੇ ਇਕੱਲੇ ਪਿਤਾ ਨਹੀਂ ਸੀਗੇ, ਮੇਰੇ ਮੈਂਟਰ ਵੀ ਸੀਗੇ, ਕਿਉਂਕਿ ਮੈਂ ਸਿਆਸਤ 'ਚ ਵੀ ਉਹਨਾਂ ਦੇ ਨਾਲ ਹੀ ਰਿਹਾ, ਉਹਨਾਂ ਦੀ ਗਾਈਡੈਂਸ ਨਾਲ ਚੱਲਦਾ ਰਿਹਾ, ਉਹਨਾਂ ਦੀ ਅਗਵਾਈ 'ਚ ਚੱਲਦਾ ਰਿਹਾ ਜੀ। ਸੋ ਇੱਕਦਮ ਜਦੋਂ ਇਲੈਕਸ਼ਨ ਦਾ ਵੇਲੇ ਉਹ ਸਾਡਾ ਸਾਥ ਛੱਡ ਗਏ ਸੀਗੇ, ਇੱਕ ਬੜੀ ਵੱਡੀ ਸੱਟ ਸਾਨੂੰ ਵੱਜੀ ਸੀਗੀ। ਇਹ ਤਾਂ ਮੈਨੂੰ ਪਤਾ ਕਿ ਮੈਂ ਇਲੈਕਸ਼ਨ ਕਿੰਨਾ ਹਾਲਾਤਾਂ 'ਚ ਲੜੀ ਆ, ਕਿ ਮਾਨਸਿਕ ਤੌਰ 'ਤੇ ਮੇਰੇ ਕੀ ਹਾਲਾਤ ਸੀ ਉਸ ਵੇਲੇ। ਪਰ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕਿਹਾ ਕਿ ਸਾਨੂੰ ਬਲ ਦਿਓ। ਚਲੋ ਇਲੈਕਸ਼ਨ ਲੜੀ ਆ, ਡਟ ਕੇ ਲੜੀ ਆ ਜੀ ਜੀ। ਅਤੇ ਬੜਾ ਵੱਡਾ ਜਿਹੜਾ ਇਕੱਲਾ ਪਰਿਵਾਰ ਦਾ ਹੀ ਨਹੀਂ, ਬੜਾ ਵੱਡਾ ਪੰਜਾਬ ਨੂੰ ਘਾਟਾ ਪਿਆ, ਕਿਉਂਕਿ ਉਹਨਾਂ ਦੇ ਸਿਆਸੀ ਤਜਰਬੇ ਜਿਹੜੇ ਸੀਗੇ ਉਹ ਹੁਣ ਇਸ ਵੇਲੇ, ਕਿਉਂਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਆ ਅਤੇ ਬੜੇ ਵੱਡੇ ਕੰਮ ਆਉਣੇ ਸੀ। ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਸੇਖਵਾਂ ਸਾਹਿਬ ਸਾਡਾ ਮਾਰਗਦਰਸ਼ਨ ਕਰਨਗੇ,
ਇਹ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਚੱਲਣਾ, ਕਿਸ ਤਰ੍ਹਾਂ ਕਰਨਾ, ਕੀ ਪਾਲਿਸੀਆਂ ਬਣਾਉਣੀਆਂ, ਕਿ ਇੱਕ ਗਾਈਡ ਦੇ ਤੌਰ 'ਤੇ ਸਾਡੇ ਕੰਮ ਕਰਨਗੇ, ਕਿਉਂਕਿ ਸਾਡੇ ਕੋਲ ਤਜਰਬੇਕਾਰ ਬੰਦੇ ਜਿਹੜੇ ਘੱਟ ਆ, ਨਵੀਂ ਪਾਰਟੀ ਆ, ਮੈਂ ਵੀ ਨਵਾਂ ਵਾਂ, ਸਿਆਸਤ ਮੈਨੂੰ ਨਹੀਂ ਕਰਨੀ ਆਉਂਦੀ। ਸੋ ਇਹ ਬੜੀ ਵੱਡੀ ਘਾਟ ਪਈ ਆ ਸਿਆਸੀ ਤੌਰ 'ਤੇ ਵੀ ਅਤੇ ਪਰਿਵਾਰਕ ਤੌਰ 'ਤੇ ਵੀ। ਜੀ। ਸੋ ਸੇਖਵਾਂ ਸਾਹਿਬ ਦੇ ਬਾਰੇ ਅਕਸਰ ਇੱਕ ਗੱਲ ਜ਼ਰੂਰ ਕਹੀ ਜਾਂਦੀ ਸੀ ਕਿ ਉਹ ਬਾਦਲ ਸਾਹਿਬ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸੀ। ਸੋ ਜਿਸ ਤਰ੍ਹਾਂ ਸੇਖਵਾਂ ਸਾਹਿਬ ਵੀ ਆਪਣੇ ਪਹਿਲੇ ਸਮੇਂ ਦੇ ਦੌਰਾਨ ਦੱਸ ਕੇ ਗਏ ਨੇ ਕਿ ਕੁਝ ਘਾਟਾਂ ਜ਼ਰੂਰ ਅਕਾਲੀ ਦਲ 'ਚ ਆਈਆਂ, ਜਿਨ੍ਹਾਂ ਦੇ ਕਾਰਨ ਉਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਉਹ ਛੱਡਿਆ ਸੀ। ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਅਕਾਲੀ ਦਲ ਦੇ ਕੀ ਹਾਲਾਤ ਆ? ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤੁਹਾਡੇ ਪਿਤਾ ਜੀ ਆ ਬਹੁਤ ਉੱਚੇ ਪਦਵਿਆਂ ਦੇ ਉੱਤੇ ਰਹਿ ਚੁੱਕੇ ਨੇ, ਅਤੇ ਕਿਵੇਂ ਦੇਖਦੇ ਹੋ ਅੱਜ ਅਕਾਲੀ ਦਲ ਦੇ ਕੀ ਹਾਲਾਤ ਨੇ ਮੌਜੂਦਾ? ਨਹੀਂ, ਅਕਾਲੀ ਦਲ ਦੇ ਹਾਲਾਤ ਤੇ 100 ਸਾਲ ਦੇ ਇਤਿਹਾਸ 'ਚ ਇਸ ਵੇਲੇ ਸਭ ਤੋਂ ਮਾੜੇ ਹਾਲਾਤ ਆ ਜੀ। ਜੋ ਇਸ ਵਾਰਾਂ ਪਰਫਾਰਮੈਂਸ ਰਹੀ ਆ ਕਿ 3 ਸੀਟਾਂ ਸਾਰੇ ਪੰਜਾਬ 'ਚੋਂ ਆਈਆਂ ਜੀ। ਵਸਟ ਹਾਲਾਤ ਆ, ਤੇ ਉਹ ਤੋਂ ਵੀ ਮਾੜੇ ਹਾਲਾਤ ਹੁਣ ਗਾਂਹ ਆਉਣ ਵਾਲੇ ਸਮੇਂ 'ਚ ਪੈਦਾ ਹੋਣ ਜਾ ਰਹੇ ਆ, ਕਿਉਂਕਿ ਅਕਾਲੀ ਦਲ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖਿਆ ਜੀ। ਇਹ ਉਹੋ ਹੀ ਗਲਤੀਆਂ ਜਿਹੜੀਆਂ ਨੇ ਰਿਪੀਟ ਕਰਦੇ ਜਾ ਰਹੇ ਆ ਜੀ। ਅਜੇ ਵੀ। ਜਿੰਨਾ ਚਿਰ ਬਾਦਲ ਪਰਿਵਾਰ ਜਿਹੜਾ ਵਾ ਉਹ ਅਕਾਲੀ ਦਲ 'ਤੇ ਕਾਬਜ਼ ਰਹੂਗਾ, ਅਕਾਲੀ ਦਲ ਦਾ ਕੋਈ ਭਲਾ ਨਹੀਂ ਹੋਣ ਲੱਗਿਆ। ਗਿਰਾਵਟ ਹੀ ਦਿਨ ਬ ਦਿਨ ਗਿਰਾਵਟ ਹੀ ਆਉਣ ਦੇ ਆਸਾਰ ਨੇ। ਠੀਕ ਆ। ਅਤੇ ਹੁਣ ਅਸੀਂ ਆਈਏ ਆਪਣੇ ਹਲਕਾ ਕਾਦੀਆਂ ਦੇ ਉੱਪਰ। ਤੁਸੀਂ ਉੱਥੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹੋ। ਹਲਕਾ ਕਾਦੀਆਂ ਦੇ ਮੌਜੂਦਾ ਹਾਲਾਤ ਕਿਵੇਂ ਦੇਖ ਰਹੇ ਹੋ? ਇਹ ਹਲਕਾ ਕਾਦੀਆਂ ਬੜਾ ਵਧੀਆ ਜੀ ਚੱਲ ਰਿਹਾ ਜੀ। ਬੜੀ ਵਧੀਆ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਹਲਕੇ ਦਾ ਜਿਹੜਾ ਵਾ ਸਰਬਪੱਖੀ ਵਿਕਾਸ ਕਰਾਉਣਾ ਵਾ। ਸਰਕਾਰ ਤੋਂ ਵੱਧ ਚੀਜ਼ਾਂ ਆਪਣੇ ਹਲਕੇ 'ਚ ਲੈ ਕੇ ਆਉਣੀਆਂ ਨੇ, ਔਰ ਸਰਕਾਰ ਦੀਆਂ ਜੋ ਗਰੰਟੀਆਂ ਨੇ ਉਹਦਾ ਲਾਭ ਤਾਂ ਸਾਰੇ ਪੰਜਾਬ ਨੂੰ ਹੀ ਹੋ ਰਿਹਾ। ਜਿਸ ਤਰ੍ਹਾਂ ਪਹਿਲੀ ਬਿਜਲੀ ਦੀ ਗਰੰਟੀ ਸੀ ਉਹ ਸਾਡੀ ਸਰਕਾਰ ਨੇ ਪੂਰੀ ਕਰਤੀ ਆ। ਹਾਂਜੀ। ਆਉਣ ਵਾਲੇ ਸਮੇਂ 'ਚ ਵੀ ਜਿਹੜੀਆਂ ਗਰੰਟੀਆਂ ਸੀਗੀਆਂ ਉਹ 1 ਬਾਏ 1 ਸਾਰੀਆਂ ਪੂਰੀਆਂ ਹੋਣਗੀਆਂ। ਔਰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਠੱਲ ਪਈ ਆ ਗਰਮੀਆਂ 'ਚ ਤੁਸੀਂ ਦੇਖਿਆ ਹੋਣਾ, ਕਦੀ ਇੰਨੀ ਲਾਈਟ ਨਹੀਂ ਸੀ ਆਈ ਬੰਬੀਆਂ ਵਾਲੀ ਜਿੰਨੀ ਇਸ ਵਾਰ ਆਈ ਹੈ। ਲੋਕਾਂ ਮੋਟਰਾਂ ਬੰਦ ਕੀਤੀਆਂ ਨੇ ਜੀ। ਫਿਰ ਜਿਹੜਾ ਇਰੀਗੇਸ਼ਨ ਦਾ ਪਾਣੀ ਉਹ ਵੀ ਟੇਲ ਤੱਕ ਗਿਆ। ਹਾਂਜੀ। ਸੋ ਇਹ ਜਿਹੜੇ ਚੇਂਜ ਆ ਇਹ ਬੜੇ ਲੰਬੇ ਸਮੇਂ ਤੋਂ ਲੋਕ ਉਡੀਕ ਰਹੇ ਸੀ। ਹਾਂਜੀ। ਹੌਲੀ ਚੇਂਜ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਨੇ ਇੱਕ ਜਿਹੜੀ ਗਰੰਟੀ ਦਿੱਤੀ ਸੀ 1000 ਰੁਪਈਆ ਮਹਿਲਾਵਾਂ ਲਈ, ਉਹ ਗਰੰਟੀ ਕਦੋਂ ਤੱਕ ਪੂਰੀ ਹੋ ਰਹੀ ਹੈ? ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਵਾ ਜਦੋਂ ਵੀ ਅਸੀਂ ਕਿਤੇ ਬਾਹਰ ਵੀ ਜਾਂਦੇ ਹਾਂ, ਮਹਿਲਾਵਾਂ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਵੱਡਾ ਵੋਟ ਬੈਂਕ ਸੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਦਿੱਤਾ ਸੀ। ਅਤੇ ਕਦੋਂ ਉਹ ਜਿਹੜੀ ਗਰੰਟੀ ਪੂਰੀ ਹੋ ਜਾ ਰਹੀ ਹੈ? ਉਹ ਵੀ ਜਲਦੀ ਸ਼ੁਰੂ ਹੋ ਰਹੀ ਹੈ, ਕਿਉਂਕਿ ਵੇਖੋ ਦਿੱਕਤਾਂ ਬੜੀਆਂ ਨੇ ਜੀ। 3 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ, ਅਸੀਂ ਉਹਨੂੰ ਵੀ ਠੀਕ ਕਰਨਾ ਹੈ ਅਤੇ ਸਹੂਲਤਾਂ ਵੀ ਲੋਕਾਂ ਨੂੰ ਦੇਣੀਆਂ ਨੇ। ਹਾਂਜੀ। ਸੋ ਇਹ ਜਿੱਦਾਂ ਹੁਣ ਪਿੱਛੇ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਆ, ਦੱਸਿਆ ਕਿ ਪਿਛਲੇ ਜਿਹੜੇ ਸਾਲ ਦੇ ਕੁਆਟਰ 'ਚ ਜਿੰਨੀ ਆਮਦਨ ਹੋਈ ਸੀ ਉਹਦੇ ਨਾਲੋਂ 5100 ਕਰੋੜ ਰੁਪਇਆ ਜਿਹੜੀ ਆ ਵੱਧ ਆਮਦਨ ਪੰਜਾਬ ਦੀ ਇਸ ਵਾਰਾਂ ਹੋ ਗਈ ਆ ਪਿਛਲੇ ਸਾਲ ਨਾਲੋਂ। ਓਕੇ। ਸੋ ਇਸ ਕਰਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਆਮਦਨ ਵੱਧਦੀ ਜਾਊਗੀ, ਆਮਦਨ ਅਸੀਂ ਪਹਿਲੇ ਵਾਲੇ ਸਰਕਾਰਾਂ ਵਾਂਗੂ ਆਪਣੇ ਘਰ 'ਤੇ ਭਰਨੇ ਨਹੀਂਗੇ। ਜੀ। ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਆਮਦਨ ਆ ਉਹਨਾਂ ਦੇ ਪੈਸੇ ਆ ਅਤੇ ਸਹੂਲਤਾਂ ਦੇ ਰੂਪ 'ਚ ਉਹਨਾਂ ਨੂੰ ਵੀ ਵਾਪਸ ਕਰਨੇ ਆ। ਜੀ। ਠੀਕ ਹੈ। ਅਤੇ ਸੇ ਹੁਣ ਗੱਲ ਕਰੀਏ ਕਿ ਅੱਜ ਆਪਣੀ ਸਭ ਤੋਂ ਵੱਡੀ ਜਿਹੜੀ ਆ ਸਾਡੀ ਸਮੱਸਿਆ ਬੇਰੁਜ਼ਗਾਰੀ ਹੈ। ਹਲਕਾ ਕਾਦੀਆਂ ਦੇ ਵਿੱਚ ਵੀ ਕਾਫੀ ਜਿਹੜੇ ਬੱਚੇ ਆ ਉਹ ਬੇਰੁਜ਼ਗਾਰ ਨੇ, ਅਤੇ ਕੋਈ ਵਿਸ਼ੇਸ਼ ਪ੍ਰੋਜੈਕਟ ਜਿਹੜਾ ਤੁਸੀਂ ਕੋਸ਼ਿਸ਼ ਕਰੋਗੇ ਕਿ ਹਲਕਾ ਕਾਦੀਆਂ ਦੇ ਜਿਹੜਾ ਨੌਜਵਾਨਾਂ ਲਈ ਲਿਆਂਦਾ ਜਾਏ ਤਾਂ ਜੋ ਜਿਹੜਾ ਬੇਰੁਜ਼ਗਾਰੀ ਆ ਉਹਨੂੰ ਖਤਮ ਕੀਤਾ ਜਾ ਸਕੇ? ਵੇਖੋ ਕਾਦੀਆਂ 'ਚ ਮੈਂ ਟਰਾਈ ਕਰ ਰਿਹਾ ਕਿ ਸਾਡੇ ਬੇਠ ਇਲਾਕੇ 'ਚ ਕੋਈ ਸ਼ੂਗਰ ਮਿਲ ਆ ਜੇ ਜੀ। ਜਿਹਦੇ ਨਾਲ, ਕਿਉਂਕਿ ਸਾਡੀ ਗੰਨਾ ਬੈਲਟ ਆ, ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ 2-2 ਸਾਲ 3-3 ਸਾਲ ਕਿਸਾਨਾਂ ਦੀਆਂ ਪੇਮੈਂਟ ਨਹੀਂ ਦਿੰਦੀਆਂ। ਸੋ ਅਸੀਂ ਚਾਹੁੰਦੇ ਹਾਂ ਕਿ ਇੱਕ ਸਰਕਾਰੀ ਉੱਥੇ ਸ਼ੂਗਰ ਮਿਲ ਇੱਕ ਆ ਜੇ, ਤਾਂ ਕਿ ਸਾਰਾ ਗੰਨਾ ਵੀ ਜਿਹੜਾ ਵਾ ਸਰਕਾਰੀ ਤੌਰ 'ਤੇ ਪੀੜਿਆ ਜਾਵੇ, ਸਰਕਾਰ ਨੂੰ ਵੀ ਉਹਦਾ ਮੁਨਾਫਾ ਹੋਵੇ, ਅਤੇ ਸਾਡੇ ਜਿਹੜੇ ਨੌਜਵਾਨ ਆ ਉੱਥੇ, ਕਿਉਂਕਿ ਕਈ ਸੈਂਕੜੇ ਉੱਥੇ ਆਪਾਂ ਜਿਹੜੇ ਮੁਲਾਜ਼ਮ ਉੱਥੇ ਭਰਤੀ ਹੁੰਦੇ ਆ, ਕਿਉਂਕਿ ਬੜੀ ਵੱਡੀ ਇੰਡਸਟਰੀ ਆ। ਅਤੇ ਇਹ ਇਹੋ ਜਿਹੀ ਇੰਡਸਟਰੀ ਕੋਈ ਇਲਾਕੇ 'ਚ ਜਿਹੜੀ ਆ ਐਗਰੀਕਲਚਰ ਬੇਸਡ ਇੰਡਸਟਰੀ ਸਾਡੇ ਇਲਾਕੇ 'ਚ ਆਵੇ। ਨਾਲੇ ਜਿਹੜੀ ਅਸੀਂ ਗੱਲ ਕਰਦੇ ਹਾਂ ਕਰੋਪ ਜਿਹੜਾ ਕਿ ਝੋਨਾ ਨਹੀਂ ਉਗਾਉਣਾ ਚਾਹੀਦਾ, ਪਾਣੀ ਦਾ ਪੱਧਰ ਹੇਠਾਂ ਜਾ ਰਿਹਾ, ਉਹਦੇ ਲਈ ਵੀ ਇਹ ਬੜੀ ਬੈਨੀਫੀਸ਼ੀਅਲ ਆ ਕਿ ਜਿੰਨੀਆਂ ਅਸੀਂ ਦੂਜੀਆਂ ਫਸਲਾਂ ਉਗਾਵਾਂਗੇ ਉਹਦੇ ਨਾਲ ਸਾਨੂੰ ਜਿਹੜਾ ਕਰੋਪ ਜਿਹੜੀ ਆਪਣਾ ਹੈਗੀ ਆ ਉਹ ਵੱਖਰੀ ਹੋਣੀ ਚਾਹੀਦੀ ਆ। ਠੀਕ ਹੈ। ਅਤੇ ਹੁਣ ਇੱਕ ਪਿੱਛੇ ਜਿਹੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਐਲੀਗੇਸ਼ਨ ਲਗਾਇਆ ਗਿਆ ਸੀ ਕਿ ਮੈਂ ਕਿਸੇ ਸਥਾਨ ਦੇ ਉੱਪਰ ਮੀਟਿੰਗ ਕਰਨ ਗਿਆ ਪਰ ਜਿਹੜੇ ਅਫਸਰ ਆ ਉਹ ਮੇਰੇ ਨਾਲ ਨਹੀਂ ਚੱਲੇ। ਉਹ ਵਿਰੋਧੀ ਧਿਰ ਦੇ ਬੇਸ਼ੱਕ ਨੇਤਾ ਨੇ, ਕੀ ਕਹਿਣਾ ਚਾਹੋਗੇ ਉਹਨਾਂ ਦੇ ਆਰੋਪ ਬਾਰੇ? ਵੇਖੋ ਇਹ ਤਾਂ ਚਾਹੁੰਦੇ ਆ ਕਿ ਇਹ ਪੁਰਾਣਾ ਜਿਹੜਾ ਤੰਤਰ ਆ ਨਾ, ਇਹ ਪੁਰਾਣੀਆਂ ਗੱਲਾਂ ਲੱਭਦੇ ਆ ਕਿ ਜਿਸ ਤਰ੍ਹਾਂ ਪਹਿਲੋਂ ਸਿਸਟਮ ਹੁੰਦਾ ਸੀ ਕਿ ਮੈਂ ਕਿਤੇ ਜਾਵਾਂ ਉੱਥੇ ਸਾਰੇ ਅਫਸਰ ਮੇਰੇ ਪਿੱਛੇ ਤੁਰੇ ਫਿਰਨ। ਗੱਲ ਤਾਂ ਇਹ ਆ ਕਿ
ਉਹ ਵਿਧਾਨ ਸਭਾ ਦੇ ਲੀਡਰ ਨੇ। ਹਾਂਜੀ ਜੇ ਕੋਈ ਮਸਲਾ ਵਾ ਚੀਫ ਸੈਕਟਰੀ ਨੂੰ ਕਹਿਣ, ਜੋ ਉਹਨਾਂ ਦਾ ਪੱਧਰ ਆ, ਬਿਲਕੁਲ ਜਾ ਕੇ ਇੱਥੇ ਮਾਰਕੀਟ ਕਮੇਟੀਆਂ 'ਚ ਜਾਂ ਇੱਥੇ ਬਲਾਕ ਸੰਮਤੀਆਂ 'ਚ ਮੀਟਿੰਗਾਂ ਕਰਨ ਦਾ ਤੇ ਉਹਨਾਂ ਦਾ ਪੱਧਰ ਹੀ ਹੈ ਨਹੀਂ। ਜੀ ਜੋ ਸਮੱਸਿਆ ਵਾ ਆਪਣੇ ਐਮਐਲਏ ਨੇ ਵਿਧਾਨ ਸਭਾ 'ਚ ਉਠਾਉਣ, ਚੀਫ ਸੈਕਟਰੀ ਨੂੰ ਦੱਸਣ, ਮੁੱਖ ਮੰਤਰੀ ਨੂੰ ਦੱਸਣ। ਇੰਨੇ ਥੱਲੜੇ ਲੈਵਲ 'ਤੇ ਉਹ ਵੈਸੇ ਵੀ ਉਹਨਾਂ ਨੂੰ ਕੋਈ ਮਤਲਬ ਬਣਦਾ ਨਹੀਂ ਕਿ ਜਾ ਕੇ ਉੱਥੇ ਅਫਸਰਾਂ ਨੂੰ ਇਹ ਦਬਕੇ ਮਾਰਨ ਜਾਂ ਆਪਣਾ ਰੋਹਬ ਝਾੜਨ ਕਿ ਆਪਣੀ ਜਿਹੜੀ ਹੈ ਧੌਂਸ ਉਹ ਦੱਸਣ। ਇਹ ਦੱਸਣ ਦੀ ਲੋੜ ਨਹੀਂ ਹੈਗੀ। ਜਿਹੜੇ ਕੋ ਕੰਮ ਆ ਉਹ ਦੱਸਣ ਜਾ ਕੇ, ਜੇ ਨਹੀਂ ਹੁੰਦੇ ਤੇ ਤਾਂ ਗੱਲ ਕਰਨ। ਠੀਕ ਹੈ ਜੀ। ਭਗਵੰਤ ਮਾਨ ਸਾਹਿਬ ਨੇ ਜਿੱਦਣ ਸਹੁੰ ਚੁੱਕੀ ਸੀ, ਇੱਕ ਗੱਲ ਕਹੀ ਸੀ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਵੀ ਕੰਮ ਕਰਾਂਗੇ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦੇ ਵੀ ਕਰਾਂਗੇ, ਤੇ ਸੇਖਵਾਂ ਸਾਹਿਬ ਵੀ ਕਰਨਗੇ ਉਹਨਾਂ ਦੇ ਕੰਮ। ਨਹੀਂ ਵੇਖੋ, ਜਿੰਨੇ ਸਾਡੇ ਕੋਲ ਬੰਦੇ ਤੁਸੀਂ ਰੋਜ਼ ਵੇਖੋ ਇੱਥੇ ਤਾਂਤਾ ਲੱਗਿਆ ਹੁੰਦਾ ਲੋਕਾਂ ਦਾ, ਜੀ ਤੇ ਅਸੀਂ ਕਿਸੇ ਨੂੰ ਇਹ ਥੋੜੀ ਪੁੱਛਦੇ ਆ ਕਿ ਤੂੰ ਵੋਟ ਪਾਈ ਆ ਕਿ ਨਹੀਂ ਪਾਈ। ਜੀ ਜੀ ਜਿਹੜਾ ਤੁਹਾਡੇ ਘਰ ਚੱਲ ਕੇ ਆ ਗਿਆ ਉਹਦਾ ਕੰਮ ਤੇ ਤੁਸੀਂ ਕਰਨਾ ਹੀ ਕਰਨਾ। ਹਰ ਇੱਕ ਨੂੰ ਕਲਾਵੇ 'ਚ ਲੈਣਾ ਵਾ। ਨਾਲੇ ਪਾਰਟੀ ਦਾ ਵੋਟ ਬੈਂਕ ਵੀ ਤਾਂ ਹੀ ਵਧੂਗਾ ਜੇ ਅਸੀਂ ਹਰ ਇੱਕ ਦੇ ਨਿਰਪੱਖ ਹੋ ਕੇ ਕੰਮ ਕਰਾਂਗੇ। ਲੋਕ ਪਾਲਸੀਆਂ ਸਰਕਾਰ ਦੀਆਂ ਤੋਂ, ਸਾਡੇ ਕੰਮ ਤੋਂ ਖੁਸ਼ ਹੋ ਕੇ ਤਾਂ ਹੀ ਪਾਰਟੀ ਨਾਲ ਜੁੜਨਗੇ। ਠੀਕ ਹੈ। ਤੇ ਜਿਹੜਾ ਸੰਦੇਸ਼ ਆ ਖਾਸ ਕਰਕੇ ਨੌਜਵਾਨਾਂ ਨੂੰ ਤੁਸੀਂ ਆਪਣੀ ਵੱਲੋਂ ਕੋਈ ਦੇਣਾ ਚਾਹੋ ਤੇ? ਦੇਖੋ, ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਨਸ਼ਿਆਂ 'ਚ ਆਪਾਂ ਗੁਲਤਾਨ ਨਾ ਹੋਈਏ, ਨਸ਼ਿਆਂ ਨੂੰ ਤਿਆਗੀਏ। ਜੀ ਚੰਗੀ ਪੜ੍ਹਾਈ ਕਰਕੇ, ਹਾਂਜੀ ਔਰ ਕਿਉਂਕਿ ਹੁਣ ਜਿਸ ਤਰ੍ਹਾਂ ਨੌਕਰੀਆਂ ਵੀ ਜਿਹੜੀਆਂ ਵਾ, ਪਹਿਲੇ ਮੁਲਾਜ਼ਮ ਵੀ ਪੱਕੇ ਹੋ ਗਏ ਆ, ਪੱਕੇ ਹਾਂਜੀ, ਹੋਣ ਦਾ ਪ੍ਰਕਿਰਿਆ ਚੱਲ ਰਹੀ ਆ। ਨੌਕਰੀਆਂ ਵੀ 24-25 ਹਜ਼ਾਰ ਸਰਕਾਰ ਨੇ ਕੱਢੀਆਂ ਨੇ। ਸੋ ਹੌਲੀ ਹੌਲੀ ਜਿਹੜਾ ਵਾ ਨੌਕਰੀਆਂ ਵੀ ਨਿਕਲਣਗੀਆਂ। ਤੁਹਾਡੇ ਪ੍ਰਾਈਵੇਟ ਤੁਸੀਂ ਬਿਜ਼ਨਸ ਵੀ ਕਰ ਸਕਦੇ ਹੋ। ਜੀ ਜਿਹੜੀ ਕਰਪਸ਼ਨ ਆ, ਰੈੱਡ ਟੇਪਿਜ਼ਮ ਆ, ਉਹ ਵੀ ਪੰਜਾਬ 'ਚ ਜਿਹੜੀ ਆ, ਇੰਸਪੈਕਟਰਵਾਦ ਆ, ਉਹ ਵੀ ਬੰਦ ਹੋ ਰਿਹਾ। ਸੋ ਬਿਜ਼ਨਸ ਵੀ ਪ੍ਰਫੁੱਲਤ ਹੋਣਗੇ, ਸਰਕਾਰ 'ਚ ਨੌਕਰੀਆਂ ਵੀ ਮਿਲਣਗੀਆਂ। ਸੋ ਇਸ ਕਰਕੇ ਥੋੜ੍ਹਾ ਜਿਹਾ ਅਜੇ ਸਬਰ ਰੱਖੋ ਤੇ ਇਸ ਪੰਜਾਬ ਨੂੰ ਅਸੀਂ ਜਿੱਦਾਂ ਪਹਿਲੋਂ ਸੀ, ਇੱਕ ਰੰਗਲਾ ਪੰਜਾਬ ਬਣਾਈਏ ਰਲ ਮਿਲ ਕੇ। ਠੀਕ ਹੈ ਜੀ। ਇੱਕ ਅੰਤ ਦੇ ਵਿੱਚ ਸਵਾਲ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਸੀ ਪਿਛਲੇ ਸਮੇਂ ਦੇ ਦੌਰਾਨ ਕਾਫੀ ਜਿਹੜੀ ਉਹ ਖਰਾਬ ਹੋਈ ਸੀ। ਹੁਣ ਸਮਝਦੇ ਹੋ ਕਿ ਲਾਅ ਐਂਡ ਆਰਡਰ ਦੇ ਵਿੱਚ ਸੁਧਾਰ ਹੋਏਗਾ ਸਮੇਂ ਦੇ ਅਨੁਸਾਰ? ਇਹ ਵੇਖੋ, ਜਦੋਂ ਦੇ ਨਵੇਂ ਡੀਜੀਪੀ ਆਏ ਨੇ ਗੌਰਵ ਯਾਦਵ ਜੀ, ਉਦੋਂ ਤੋਂ ਬਾਅਦ ਕਾਫੀ ਚੇਂਜਸ ਆਉਣੇ ਸ਼ੁਰੂ ਹੋਏ ਆ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਿੱਧੂ ਮੂਸੇਵਾਲਾ ਜੀ ਦੇ ਜਿਨ੍ਹਾਂ ਨੇ ਇਨਕਾਊਂਟਰ ਜਿਹੜੇ ਉਹਨਾਂ ਦੇ ਕਾਤਲ ਸੀਗੇ, ਉਹਨਾਂ ਦਾ ਪੁਲਿਸ ਇਨਕਾਊਂਟਰ ਹੋਇਆ। ਜੀ ਪੁਲਿਸ ਨੇ ਬੜਾ ਬਖੂਬੀ ਢੰਗ ਨਾਲ ਆਪਣਾ ਰੋਲ ਅਦਾ ਕੀਤਾ। ਤੇ ਬਾਕੀ ਵੀ ਜਿੱਦਾਂ ਨਾਕੇ ਲੱਗ ਰਹੇ, ਤੁਸੀਂ ਦੇਖ ਰਹੇ ਹੋਗੇ ਕਿ ਇੰਨੀ ਪੁਲਿਸ ਹਰਕਤ 'ਚ ਆ। ਸਾਰੇ ਪੰਜਾਬ 'ਚ ਮੀਟਿੰਗਾਂ ਹੋ ਰਹੀਆਂ ਨੇ, ਫਲੈਗ ਮਾਰਚ ਹੋ ਰਹੇ ਆ, ਗੈਂਗਸਟਰਾਂ ਨੂੰ ਫੜਿਆ ਜਾ ਰਿਹਾ, ਜਿਹੜੇ ਡਰੱਗ ਡੀਲਰ ਆ ਉਹਨਾਂ ਨੂੰ ਫੜਿਆ ਜਾ ਰਿਹਾ। ਪਰ ਮੈਂ ਫਿਰ ਵੀ ਕਹਿੰਦਾ ਕਿ ਅਜੇ ਵੀ ਜਿੰਨਾ ਸੁਧਾਰ ਹੋਣਾ ਚਾਹੀਦਾ ਸੀ, ਅਜੇ ਬੜੀ ਦੂਰ ਆ ਉੱਥੋਂ। ਜੀ ਜੀ ਅਜੇ ਟਾਈਮ ਲੱਗੇਗਾ। ਪਰ ਇੱਕ ਗੱਲ ਆ ਕਿ ਸਾਡੀ ਮਨਸ਼ਾ ਚੰਗੀ ਆ। ਸਾਡਾ ਪਹਿਲੋਂ ਵਾਲਾ ਨਹੀਂਗਾ ਕਿ ਮਹੀਨਾ ਜਾਂਦਾ ਐਮਐਲਏ ਨੂੰ ਜਾਂ ਉੱਤੇ ਮੁੱਖ ਮੰਤਰੀ ਤੱਕ ਜਾਂਦਾ ਵਾ। ਅਸੀਂ ਇਮਾਨਦਾਰ ਲੋਕ ਆ ਔਰ ਇਮਾਨਦਾਰੀ ਆ, ਔਰ ਸਾਡੀ ਨੀਤ ਸਾਫ਼ ਆ। ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਕੋਈ ਭਲਾ ਹੋਵੇ, ਤੇ ਜੇ ਨੀਤ ਸਾਫ਼ ਹੋਵੇ ਤਾਂ ਅਕਾਲ ਪੁਰਖ ਵੀ ਕਿਰਪਾ ਕਰਦੇ ਆ। ਨੀਤ ਨੂੰ ਮੁਰਾਦਾਂ ਹੁੰਦੀਆਂ। ਸੋ ਅਸੀਂ ਰਲ ਮਿਲ ਕੇ ਜਿਹੜਾ ਵਾ ਇਹ ਸਾਰਾ ਸਿਸਟਮ ਠੀਕ। ਸੋ ਇਹ ਸਨ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ, ਜਿਨ੍ਹਾਂ ਨੇ ਸਾਡੇ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ ਨੇ। ਆਓ ਹੁਣ ਕੁਝ ਇਹਨਾਂ ਦੇ ਵਰਕਰ ਆਏ ਹੋਏ ਨੇ, ਕੁਝ ਆਮ ਪਬਲਿਕ ਵੀ ਆਈ ਹੋਈ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਵੇਖਦੇ ਹਾਂ ਕਿਵੇਂ ਉਹਨਾਂ ਦੇ ਨਾਲ ਇਹ ਵਿਚਰਦੇ ਨੇ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਘਰਾਂ ਦੇ ਵਿੱਚੋਂ ਹੀ ਹੱਲ ਹੋਣਗੀਆਂ, ਦੇਖਦੇ ਹਾਂ ਮੁਸ਼ਕਲਾਂ ਹੱਲ ਹੁੰਦੀਆਂ ਜਾਂ ਨਹੀਂ ਹੁੰਦੀਆਂ। ਆਓ ਇਹਨਾਂ ਦੇ ਨਾਲ ਜਿਹੜੇ ਇੱਥੇ ਆਮ ਲੋਕ ਆਏ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ। ਆਓ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਆਮ ਪਬਲਿਕ ਆਈ ਹੋਈ ਆ ਉਹਦੇ ਨਾਲ, ਕਿ ਉਹਨਾਂ ਦੇ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੋ ਰਹੀਆਂ ਨੇ। ਜਿਵੇਂ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀਆਂ ਮੁਸ਼ਕਲਾਂ ਨੇ ਉਹ ਹੁਣ ਪਿੰਡਾਂ ਦੇ ਵਿੱਚੋਂ ਹੀ ਹੱਲ ਹੋਣਗੀਆਂ ਗੀਆਂ। ਸੋ ਜੋ ਲੋਕ ਜਗਰੂਪ ਸਿੰਘ ਸੇਖਵਾਂ ਜੀ ਨੂੰ ਮਿਲਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਮ ਲੋਕਾਂ ਦੇ ਕੀ ਵਿਚਾਰ ਨੇ ਆਮ ਆਦਮੀ ਪਾਰਟੀ ਦੇ ਨਾਲ। ਇਹ ਨੌਜਵਾਨ ਵੀਰ ਨੇ ਸਾਡੇ ਨਾਲ, ਇਹਨਾਂ ਤੋਂ ਪੁੱਛਦੇ ਆ ਵੀ ਅੱਜ ਸਰਦਾਰ ਜਗਰੂਪ ਸਿੰਘ ਸੇਖਵਾਂ ਕੋਲ ਪਹੁੰਚੇ ਨੇ। ਕੀ ਨਾਮ ਆ ਵੀਰ ਜੀ ਤੁਹਾਡਾ? ਇੰਦਰਜੀਤ ਸਿੰਘ, ਕਿਹੜੇ ਪਿੰਡ ਤੋਂ ਆਏ ਹੋ? ਚੱਕ ਸ਼ਰੀਫ ਤੋਂ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰੇਗੀ? ਬਿਲਕੁਲ ਕਰੇਗੀ ਜੀ। ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਬਿਜਲੀ ਹੀ ਫ੍ਰੀ ਕਰਾਂਗੇ 300 ਯੂਨਿਟ ਪਰ ਮਹੀਨਾ, ਉਹ ਉਹਨਾਂ ਨੇ ਫ੍ਰੀ ਕਰਤੀ। ਪਹਿਲੀ ਗਰੰਟੀ ਉਹਨਾਂ ਨੇ ਪੂਰੀ ਕਰਤੀ ਆ। ਦੂਸਰੀ ਗਰੰਟੀ ਜਿਹੜੀ ਉਹਨਾਂ ਦੀ ਆ ਉਹ ਹੁਣ ਚੱਲ ਰਹੀ ਆ, ਉਹ ਵੀ ਬੀਬੀਆਂ ਨੂੰ ਤੋਹਫਾ ਮਿਲ ਜਾਣਾ 36,000 ਰੁਪਏ ਵਾਲਾ। ਬਾਕੀ ਜੋ ਕਹਿ ਰਹੇ ਮਾਨ ਸਾਹਿਬ ਉਹ ਆਪਣੀਆਂ ਗੱਲਾਂ 'ਤੇ ਪੂਰੇ ਉਤਰ ਰਹੇ, ਉਹ ਕਰ ਰਹੇ ਆ। ਸਾਨੂੰ ਥੋੜ੍ਹੀ ਜਿਹੀ ਵੇਟ ਕਰਨੀ ਚਾਹੀਦੀ, ਕਿਉਂਕਿ ਇਹ ਤਾਂ 3 ਮਹੀਨੇ ਹੋਏ ਸਰਕਾਰ ਬਣੀ ਨੂੰ। ਠੀਕ ਹੈ। ਤੇ ਫੇਰ ਹੀ ਉਹ ਕੰਮ ਪੂਰੇ ਕਰਨਗੇ। ਹੌਲੀ ਹੌਲੀ ਯਕਦਮ ਤੇ ਸਾਰਾ ਕੁਝ ਹੋ ਨਹੀਂ ਜਾਣਾ। ਜਿੱਦਾਂ ਜਿੱਦਾਂ ਉਹ ਕਹਿੰਦੇ ਉੱਦਾਂ ਤਾਂ ਉਹ ਕਰ ਰਹੇ ਆ। ਠੀਕ। ਤੇ ਸੇਖਵਾਂ ਸਾਹਿਬ ਮਿਲ ਜਾਂਦੇ ਨੇ ਸੌਖੇ ਹੀ? ਬਿਲਕੁਲ ਜੀ, ਬਿਲਕੁਲ। ਸਾਰਿਆਂ ਦੇ ਮਸਲੇ ਹੱਲ ਕਰਦੇ ਸੇਖਵਾਂ ਸਾਹਿਬ। ਪਿੰਡਾਂ 'ਚ ਵੀ ਜਾਂਦੇ, ਲੋਕਾਂ ਦੇ ਮਤਲਬ ਦੁੱਖ ਵੀ ਪੁੱਛਦੇ ਆ, ਜੋ ਪ੍ਰੋਬਲਮ ਹੈਗੀ ਤੁਹਾਡੀ ਉਹ ਮੌਕੇ 'ਤੇ ਹੱਲ ਕਰਕੇ ਦਿੰਦੇ ਆ। ਠੀਕ। ਹਾਂਜੀ,
ਕੀ ਕੰਮ ਆਏ ਹੋ ਇੱਥੇ? ਸਾਡੇ ਜੀ ਇਹ ਬੰਦੇ ਕਿੰਨੇ ਕੰਮ ਰੋਕਦੇ ਦਾ ਨਰੇਗਾ ਦਾ ਜੀ। ਅੱਛਾ ਜੀ, ਹਾਂਜੀ ਠੀਕ ਹੈ। ਇੱਥੇ ਮੁਸ਼ਕਲਾਂ ਦਾ ਹੱਲ ਹੁੰਦਾ? ਹਾਂਜੀ ਹੁੰਦਾ ਹੀ ਆ ਤੇ ਆਏ ਆ। ਹੋਰ ਸਾਡੇ ਕੋਲ ਬੈਠੇ ਹੋਏ ਆ ਬਜ਼ੁਰਗ। ਕੀ ਨਾਮ ਹੈ ਤੁਹਾਡਾ ਜੀ? ਮਨਿੰਦਰਪਾਲ ਸਿੰਘ ਘੁੰਮਣ, ਕਿਹੜੇ ਪਿੰਡ ਤੋਂ ਆਏ ਹੋ ਜੀ? ਡੇਰੀਵਾਲ ਦਰੋਗਾ। ਅੱਛਾ ਜੀ, ਠੀਕ ਆ। ਆਮ ਆਦਮੀ ਪਾਰਟੀ ਦੇ ਵਰਕਰ ਹੋ? ਹਾਂਜੀ ਹਾਂਜੀ, ਆਮ ਆਦਮੀ ਪੁਰਾਣੇ ਜੁੜੇ ਆ ਆਮ ਆਦਮੀ। ਠੀਕ ਆ। ਤੇ ਸੇਖਵਾਂ ਸਾਹਿਬ ਕੋ ਆਏ ਹੋ ਤੇ ਇੱਥੇ ਮੁਸ਼ਕਲਾਂ ਦਾ ਹੱਲ ਹੁੰਦਾ ਜਦੋਂ ਆਉਂਦੇ ਹੋ ਸੇਖਵਾਂ ਸਾਹਿਬ ਕੋ? ਬਿਲਕੁਲ ਜੀ, ਪੂਰੇ ਹੀ ਵਾਲ ਆਉਂਦੇ ਉਹ ਮੁਸ਼ਕਲਾਂ ਲੋਕਾਂ ਦੀ ਹੱਲ ਕਰਨ। ਮੁਸ਼ਕਲਾਂ ਸੁਣਦੇ ਆ ਤੇ ਲੋਕ ਆਉਂਦੇ ਆ, ਤੁਹਾਡੇ ਸਾਹਮਣੇ ਲੋਕ ਆ। ਠੀਕ ਆ। ਜਦੋਂ ਸਰਕਾਰ ਬਣੀ ਸੀ ਤੇ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਦਿੱਤਾ ਸੀ ਬਿਆਨ ਕਿ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਾ ਉਹ ਪਿੰਡਾਂ ਘਰਾਂ ਦੇ ਵਿੱਚ ਹੀ ਹੱਲ ਹੋਣਗੀਆਂ। ਕਿਵੇਂ ਦੇਖ ਰਹੇ ਹੋ ਰਹੀਆਂ ਹੱਲ? ਹੋ ਰਹੀਆਂ ਹੱਲ। ਹੁਣ 11 ਵਜੇ ਆ ਰਹੇ ਆ, ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾ ਰਹੇ ਆ। ਆਹ ਸਮੇਂ ਤੋਂ ਪਹਿਲਾਂ ਜਿਹੜੇ ਲੋਕ ਆ ਇੱਥੇ ਆ ਜਾਂਦੇ, ਉਹ ਇਹਨਾਂ ਦੀਆਂ ਇੱਥੇ ਸੁਣਦੇ ਆ। ਪਿੰਡਾਂ 'ਚ ਵਿੱਚ ਸੱਥਾਂ 'ਚ ਜਾ ਕੇ ਲੋਕਾਂ ਦੇ ਨਾਲ ਬਹਿ ਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਔਰ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਵਾ, ਲੋਕਾਂ ਦੇ ਮਸਲੇ ਹੱਲ ਵੀ ਹੁੰਦੇ ਆ। ਸਾਰਾ ਸਿਸਟਮ ਬਹੁਤ ਵਧੀਆ ਚੱਲ ਰਿਹਾ। ਸਰਕਾਰ ਤੇ ਲੋਕਾਂ ਨੂੰ ਮਾਣ ਆ, ਲੋਕਾਂ ਦੀ ਆਪਣੀ ਸਰਕਾਰ ਆ। ਕੋਈ ਬਦਲੇ ਦੀ ਭਾਵਨਾ ਨਹੀਂ, ਕਿਸੇ 'ਤੇ ਕੋਈ ਨਜਾਇਜ਼ ਪਰਚਾ ਨਹੀਂ, ਕੋਈ ਗੱਲ ਨਹੀਂ ਬਾਤ ਨਹੀਂ। ਬਿਲਕੁਲ ਐ ਸਮੂਥਲੀ ਵਧੀਆ ਸਰਕਾਰ ਚੱਲਣ ਡਈ ਆ। ਪਿਛਲੇ 70 ਸਾਲਾਂ ਦਾ ਲੋਕਾਂ ਨੂੰ ਜਿਹੜਾ ਇਹ ਮਾਣ ਮਹਿਸੂਸ ਹੋ ਰਿਹਾ ਵੀ ਇਹ ਲੋਕਾਂ ਦੀ ਆਪਣੀ ਸਰਕਾਰ ਆ। ਠੀਕ ਹੈ। ਇੱਕ ਹੋਰ ਵੀਰ ਸਾਡੇ ਨਾਲ ਨੇ। ਕਿਹੜਾ ਪਿੰਡ ਆ ਭਾਜੀ ਤੁਹਾਡਾ? ਧੰਦਲ ਪਿੰਡ ਹੈ ਜੀ। ਕੀ ਨਾਮ ਹੈ ਤੁਹਾਡਾ? ਸੁਖਦੇਵ ਸਿੰਘ ਧੰਦਲ। ਠੀਕ ਹੈ ਜੀ। ਤੁਸੀਂ ਆਏ ਹੋ ਸੇਖਵਾਂ ਸਾਹਿਬ ਕੋ ਤੇ ਮੁਸ਼ਕਲਾਂ ਹੱਲ ਹੋ ਰਹੀਆਂ ਇੱਥੇ ਜਿੱਦਾਂ? ਦੇਖਿਆ ਜੀ, ਮੁਸ਼ਕਲਾਂ ਛੱਡ ਕੇ ਆਪ ਸਰਕਾਰ ਹਾਂਜੀ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਉਹਨਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ, ਇੱਦਾਂ ਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਔਰ ਜਿਨ੍ਹਾਂ ਨਾਲ ਚੱਲੇ ਉਹਨਾਂ ਦਾ ਤੇ ਸਤਿਕਾਰ ਕਰਦੇ। ਇੱਕ ਹੋਰ ਬਜ਼ੁਰਗ ਸਾਡੇ ਕੋਲ ਬੈਠੇ ਆ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਆਏ ਹੋ? ਸਾਡਾ ਪਿੰਡ ਠੀਕਰੀਵਾਲ ਉੱਚਾ ਹੈ ਜੀ। ਠੀਕ ਆ ਜੀ। ਤੇ ਇੱਥੇ ਉਹਨਾਂ ਦੇ ਵੀ ਕੰਮ ਹੁੰਦੇ ਜਿਨ੍ਹਾਂ ਵੋਟਾਂ ਨਹੀਂ ਪਾਈਆਂ ਜੀ? ਹਾਂਜੀ ਹਾਂਜੀ, ਨਹੀਂ ਅਸੀਂ ਤਾਂ ਪਿਛਲੇ ਸਾਲ ਤੋਂ ਜੁੜੇ ਹਾਂ ਜੀ। ਅਸੀਂ ਘੁੱਗੀ ਭਾਈ ਨੂੰ ਘਰ ਸੱਦਿਆ ਸੀ, ਵੋਟਾਂ ਪਾਈਆਂ ਹਨ। ਉਹ ਚਲੋ ਪਾਰਟੀ ਛੱਡ ਕੇ ਚਲੇ ਗਏ, ਵੱਖਰੀ ਗੱਲ ਹੈ। ਹੁਣ ਅਸੀਂ ਸ਼ਹਿਰੀ ਭਾਈ ਨੂੰ ਵੋਟਾਂ ਪਾਈਆਂ ਨੇ। ਸਾਡਾ ਕੋਈ ਘਰੇਲੂ ਕੰਮ ਅਸੀਂ ਭਾਜੀ ਕੋ ਆਏ ਹਾਂ ਹੁਣ ਜਥੇਦਾਰ ਕੋ। ਕੰਮ ਹੁੰਦੇ ਆ ਸਾਡੇ, ਹਾਂ ਕੰਮ ਵੱਡੇ ਵਧੀਆ ਜੀ। ਵਧੀਆ ਕੰਮ ਹੁੰਦੇ ਆ ਜੀ। ਵਧੀਆ ਸਰਕਾਰ ਆ। ਕੋਈ ਪਰਚਿਆਂ ਵਾਲੀ ਰਾਜਨੀਤੀ ਤਾਂ ਨਹੀਂ ਇਸ? ਹਾਂ, ਬਿਜਲੀ ਵਧੀਆ ਹੁੰਦੀ ਆ। ਬਿਜਲੀ ਵਧੀਆ, ਸਾਡੇ ਕੰਮ ਵਧੀਆ ਹੁੰਦੇ ਆ। ਆ ਕੁਝ ਨੌਜਵਾਨ ਵੀਰ ਵੀ ਬੈਠੇ ਆ। ਇਹਨਾਂ ਨੂੰ ਵੀ ਬਹੁਤ ਆਸਾਂ ਸੀ ਆਮ ਆਦਮੀ ਤੋਂ। ਕਿਵੇਂ ਦੇਖ ਰਹੇ ਹੋ ਆਮ ਆਦਮੀ ਦੀ ਸਰਕਾਰ? ਵਧੀਆ ਚੱਲਦੀ ਹੈ ਜੀ। ਚਲਾਵਾਂਗੇ ਕੋਈ 15-20 ਸਾਲ ਤੱਕ ਤੇ ਚਲਾਵਾਂਗੇ, ਟੁੱਟਦੀ ਨਹੀਂ ਆ। ਹਾਂਜੀ, ਪੂਰੇ ਜ਼ੋਰ ਲਾਵਾਂਗੇ, ਟੁੱਟਣ ਨਹੀਂ ਦੇਣੀ। ਸੇਖਵਾਂ ਪਰਿਵਾਰ ਤੇ ਆਏ ਹੋ ਕੋਲ ਤੁਸੀਂ ਅੱਜ, ਕਿਵੇਂ ਵੇਖਦੇ ਸੇਖਵਾਂ ਪਰਿਵਾਰ ਨੂੰ? ਵਧੀਆ ਹੈ, ਸ਼ੁਰੂ ਤੋਂ ਪਹਿਲਾਂ ਵੀ ਇਹਨਾਂ ਨਾਲ ਜੁੜੇ ਰਹੇ ਤੇ ਉਹ ਵਧੀਆ ਚੱਲਣ ਦੇ ਇਹਨਾਂ ਨਾਲ ਲਗੇ, ਪੂਰੇ ਵਧੀਆ ਸਿਸਟਮ। ਤੇ ਹੁਣ ਤੁਸੀਂ ਨੌਜਵਾਨ ਹੋ, ਨੌਜਵਾਨਾਂ ਦੀਆਂ ਕੀ ਆਸਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ? ਨੌਜਵਾਨ ਇਹੋ ਹੀ ਹੁਣ ਗਾਂ ਸਰਕਾਰ ਸਾਡੀਆਂ ਗੱਲਾਂ ਸੁਣਨ ਪਹਿਲਾਂ ਤੇ। ਹਾਂਜੀ ਸਾਡੀਆਂ ਗੱਲਾਂ ਸੁਣਨ, ਸਾਡੇ ਤੋਂ ਆ ਸਾਨੂੰ ਸਾਡੇ ਨਾਲ ਵਿਚਾਰ ਕਰਨ। ਪਿੰਡਾਂ 'ਚ ਆ ਕੇ ਐਮਐਲਏ ਜੋ ਨੇ ਹਾਂਜੀ ਹਾਂਜੀ ਵਿਚਾਰ ਕਰਨ ਕਿ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਆ, ਕੀ ਗੱਲ ਆ। ਇਦਾਂ ਮਿਲਣ ਸਾਨੂੰ ਆ ਕੇ, ਹਾਂ ਵੀ ਪਿੰਡ 'ਚ ਪਤਾ ਲੱਗੇ ਹਾਂ ਵੀ ਸਾਡੇ ਐਮਐਲਏ ਸਾਰਾ ਆਏ ਨੇ ਸਾਡੇ ਪਿੰਡ 'ਚੋਂ, ਕਿ ਸਾਡੇ ਪਿੰਡ 'ਚੋਂ ਉਹਨਾਂ ਨੂੰ ਕਿਸੇ ਵੀ ਪਿੰਡ 'ਚ ਆਉਣ ਗੱਲਬਾਤ ਕਰਨ ਸਾਡੇ ਨਾਲ ਆ ਕੇ ਥੋੜ੍ਹੀ ਬਹੁਤੀ ਕਿ ਕੀ ਤੁਹਾਨੂੰ ਲੋੜ ਆ, ਕੀ ਹੈ ਸਰ, ਨੌਕਰੀ ਨਾਕਰੀ ਕਿੱਦਾਂ, ਕੀ ਹਿਸਾਬ। ਕੋਈ ਸਾਨੂੰ ਨੌਕਰੀ ਨਾਕਰੀ ਦਾ ਸਹੂਲਤ ਚਲੋ ਹੈ ਹੀ ਨਹੀਂ ਆ। ਕੋਈ ਨੌਜਵਾਨ ਸਾਰੇ ਬਾਹਰਾਂ ਨੂੰ ਜਾਣ ਡੇ ਨੇ, ਬਾਹਰ ਫੋਰਨਿੰਗ ਜਾਣ ਡੇ ਸਾਰੇ। ਕੋਈ ਇਹਨਾਂ ਦਾ ਹੈ ਨਹੀਂ ਇਸ਼ੂ, ਕਿਉਂ ਨੌਕਰੀ ਨਾਕਰੀ ਮਾੜੀ ਮੋਟੀ ਕੋਈ ਕੱਢਣ, ਹਾਂ ਵੀ ਦੱਸਣ, ਕੋਈ ਇਸ਼ੂ ਕਰਨਗੇ, ਹਾਂ ਵੀ ਤੁਹਾਨੂੰ ਕੀ ਪ੍ਰੋਬਲਮ ਆ, ਆਹ ਤੁਹਾਡਾ ਕਰਾਂਗੇ, ਹੱਲ ਕਰਾਂਗੇ ਕੋਈ ਚੀਜ਼ ਤੁਹਾਡੀ। ਹਾਂ ਸੋ ਵੀਰ, ਨੌਜਵਾਨ ਵੀਰ ਨੇ ਬਹੁਤ ਵਧੀਆ ਸੁਝਾਅ ਰੱਖਿਆ ਕਿ ਜਿਹੜੇ ਆਮ ਲੋਕਾਂ ਦੇ ਵਿੱਚ ਜਿਹੜਾ ਵਾ, ਜਿਹੜੇ ਐਮਐਲਏ ਆ ਉਹਨਾਂ ਨੂੰ ਜਾ ਕੇ ਬੈਠਣਾ ਚਾਹੀਦਾ, ਨੌਜਵਾਨਾਂ ਦੇ ਨਾਲ ਜੁੜਨਾ ਚਾਹੀਦਾ। ਨੌਜਵਾਨਾਂ ਨੇ ਬਹੁਤ ਵੱਡਾ ਜਿਹੜਾ ਬਦਲਾਅ ਸੀ ਆਮ ਆਦਮੀ ਨਾਲ ਲਿਆਂਦਾ। ਅੱਜ ਵੀ ਜੁੜੇ ਹੋ ਆਮ ਆਦਮੀ ਨਾਲ? ਹਾਂਜੀ ਹਾਂਜੀ ਭਾਈ, ਜੁੜੇ ਆ, ਬਿਲਕੁਲ ਜੁੜੇ ਆ ਜੀ। ਸਾਡੀਆਂ ਜੇ ਗੱਲਾਂ ਸੁਣਨਗੇ ਤੇ ਅਸੀਂ ਵੀ ਜੁੜੇ ਰਵਾਂਗੇ ਜੀ। ਠੀਕ ਹੈ। ਹੋਰ ਸਾਨੂੰ ਕੁਛ ਨਹੀਂ ਚਾਹੀਦਾ ਜੀ। ਗੱਲਾਂ ਸੁਣ ਬਹਿ ਕੇ ਹੱਡਣਾ, ਹਾਂ ਵੀ ਵਿਚਾਰ ਕਰਨ ਪਿੰਡਾਂ 'ਚ ਜਾ ਕੇ। ਭਾਈ ਤੁਹਾਨੂੰ ਕੋਈ ਗੱਲਬਾਤ ਦੱਸੋ, ਸਾਨੂੰ ਵਿਚਾਰ ਸਰਪੰਚਾਂ ਨਾਲ ਕਰਨ ਜਾ ਕੇ ਕਿ ਤੁਹਾਨੂੰ ਕੀ ਪ੍ਰੋਬਲਮ, ਕੀ ਕੁਛ ਚਾਹੀਦਾ, ਤੁਹਾਨੂੰ ਕੀ ਆ। ਹੋਰ ਸਾਨੂੰ ਕੁਛ ਨਹੀਂ ਬਸ। ਠੀਕ ਆ। ਤੇ ਜਗਰੂਪ ਸਿੰਘ ਸੇਖਵਾਂ ਨੂੰ ਮਿਲਣ ਲਈ ਜ਼ਿਆਦਾ ਉਡੀਕ ਤਾਂ ਨਹੀਂ ਕਰਨੀ ਪੈਂਦੀ? ਨਹੀਂ, ਚਲੋ ਮਾੜਾ ਮੋਟਾ ਤੇ ਹੁੰਦਾ ਹੀ ਆ ਭਾਜੀ, ਥੋੜ੍ਹਾ ਜਿਹਾ ਕਰਨਾ ਪੈਂਦਾ। ਇਹ ਨਹੀਂ ਕਿ ਹਾਂ ਵੀ ਆਉਂਦੇ ਸਾਰੇ ਮਿਲ ਲਓ, ਕਰਨੀ ਪੈਂਦੀ ਆ ਉਡੀਕ ਥੋੜ੍ਹੀ ਬਹੁਤੀ ਤੇ। ਉੱਦਾਂ ਵਧੀਆ ਲੀਡਰ ਆ ਤੁਹਾਡੇ? ਹਾਂਜੀ ਹਾਂਜੀ, ਬਹੁਤ ਵਧੀਆ ਜੀ ਸਾਰੇ ਵੈਸੇ। ਸੋ ਇਹ ਸੀ ਆਮ ਪਬਲਿਕ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ। ਸੋ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਸਮਾਪਤੀ ਕਰਦੇ ਹਾਂ। ਸੇਖਵਾਂ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਮੁੱਦਾ ਬੇਅਦਬੀ ਦਾ ਸੀ, ਜਦੋਂ ਕੇਜਰੀਵਾਲ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਕਦੋਂ ਤੱਕ ਜਿਹੜੇ ਪੰਜਾਬ ਦੇ ਲੋਕ ਉਹ ਉਮੀਦ ਕਰ ਸਕਦੇ ਆ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ, ਜਿਹੜੇ ਅਸਲ ਦੋਸ਼ੀ ਨੇ ਬੇਅਦਬੀ ਦੇ, ਉਹਨਾਂ ਨੂੰ ਜਿਹੜੀ ਆ ਉਹ ਸਜ਼ਾ ਮਿਲੇਗੀ? ਵੇਖੋ, ਇਹ ਮੁੱਦਾ ਜਿਹੜਾ ਨਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਆ ਕਿਸੇ ਵੀ ਸਿੱਖ ਦੇ ਲਈ। ਔਰ ਇਹਦੇ ਲਈ ਸਾਡੀ ਸਰਕਾਰ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। SIT ਬਣੀ ਹੋਈ ਆ ਔਰ ਬੜੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਔਰ ਜਲਦੀ ਤੋਂ ਜਲਦੀ ਜਿਹੜਾ ਵਾ ਉਹ ਇਹਦਾ ਇਨਸਾਫ
ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਮਿਲੂਗਾ। ਪਿੱਛੇ ਤੁਸੀਂ ਦੇਖਿਆ ਹੋਣਾ ਸੰਧਵਾ ਸਾਹਿਬ ਜਿਹੜੇ ਸਾਡੇ ਸਪੀਕਰ ਨੇ ਉਹ ਵੀ ਉੱਥੇ ਗਏ ਸੀਗੇ, ਉਹਨਾਂ ਆਸ਼ਵਾਸਨ ਵੀ ਦਿੱਤਾ। ਇੱਕਦਮ ਕਈ ਵਾਰ ਹੁੰਦਾ ਆ ਕਿ 7 ਸਾਲ ਤੋਂ ਜਿਹੜਾ ਮਸਲਾ ਜਿਹੜਾ ਵਾ ਉਹ ਹੱਲ ਨਾ ਹੋਇਆ ਹੋਵੇ, ਉਹਦੇ ਲਈ ਟਾਈਮ ਜ਼ਰੂਰ ਚਾਹੀਦਾ ਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਾਹਲੀ ਨਾਲ ਕੋਈ ਗੱਲ ਕਰ ਜਾਈਏ ਔਰ ਉਹਦਾ ਬਾਅਦ 'ਚ ਵਿਰੋਧੀਆਂ ਨੂੰ ਉਹਦਾ ਕੋਈ ਬੈਨੀਫਿਟ ਮਿਲ ਜੇ ਜੀ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੱਕੇ ਪੈਣੀ ਜਿਹੜਾ ਕੰਮ ਹੋਵੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਠੀਕ। ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਤੁਹਾਡੇ ਹਲਕੇ ਦੇ ਅੰਦਰ ਧਾਰੀਵਾਲ ਸ਼ਹਿਰ ਪੈਂਦਾ, ਧਾਰੀਵਾਲ ਦੇ ਵਿੱਚ ਵੁਲਨ ਮਿਲ ਸੀ, ਉਹਨੇ ਕਾਫੀ ਰੁਜ਼ਗਾਰ ਦਿੱਤਾ ਸੀ ਨੌਜਵਾਨਾਂ ਨੂੰ। ਅੱਜ ਉਹ ਮਿਲ ਜਿਹੜੀ ਆ ਉਹ ਬੰਦ ਹੈ, ਇਹਨੂੰ ਕੋਈ ਰਿਵਾਈਵ ਕਰਨ ਦੇ ਵਿੱਚ ਕੋਈ ਉਪਰਾਲਾ ਕਰੋਗੇ ਤੁਸੀਂ? ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ ਹਫਤੇ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਮਿਲਿਆ ਸੀ ਗੁਰਦਾਸਪੁਰ ਵਾਲਿਆਂ ਨੂੰ ਜੀ, ਔਰ ਮੇਰੇ ਨਾਲ ਜਿਹੜੇ ਮਿਲ ਦੇ ਮੁਲਾਜ਼ਮ ਸੀਗੇ ਉਹ ਨਾਲ ਸੀ, ਉਹਨਾਂ ਦੇ ਡੈਲੀਗੇਸ਼ਨ ਨੂੰ ਮੈਂ ਲੀਡ ਕੀਤਾ ਸੀਗਾ ਕਿ ਉਹਨਾਂ ਨੂੰ ਸੈਲਰੀ ਨਹੀਂ ਮਿਲੀਆਂ ਪਿਛਲੇ 3-4 ਸਾਲ। ਸੋ ਪਹਿਲਾਂ ਤਾਂ ਅਸੀਂ ਰੱਖਿਆ ਸੀ ਕਿ ਉਹਨਾਂ ਨੂੰ ਸੈਲਰੀ ਦਿਵਾਉਣੀ ਆ। ਦੂਜਾ ਅਸੀਂ ਰੱਖਿਆ ਆ ਕਿ ਜਿਹੜੀ ਇਹਨੂੰ ਕੋਈ ਗ੍ਰਾਂਟ ਜਿਹੜੀ ਆ ਸਰਕਾਰ ਵੱਲੋਂ, ਕਿਉਂਕਿ ਕੇਂਦਰ ਸਰਕਾਰ ਮਿਨਿਸਟਰੀ ਆਫ ਟੈਕਸਟਾਈਲਸ ਦੇ ਅੰਡਰ ਹੈਗੀ ਆ, ਅਸੀਂ ਉਹ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹਦੀ ਗ੍ਰਾਂਟ ਵੱਧ ਤੋਂ ਵੱਧ ਗ੍ਰਾਂਟ ਜਿਹੜੀ ਆ ਉਹ ਇੱਥੇ ਮਿਲ ਨੂੰ ਦਿੱਤੀ ਜਾਵੇ, ਤਾਂ ਕਿ ਇਹਦੇ ਜਿਹੜੇ ਯੂਨਿਟ ਆ ਬੰਦ ਪਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਸੁਰਜੀਤ ਕੀਤਾ ਜਾਵੇ। ਠੀਕ। ਸੋ ਇਹ ਸਨ ਜਗਰੂਪ ਸਿੰਘ ਸੇਖਵਾਂ। ਅੱਗੇ ਵੀ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹੋ ਜਸਟ ਪੰਜਾਬ ਚੈਨਲ। ਉਹ ਪਿੰਡ ਪਿਛੜ ਜਾਂਦਾ ਹੈ। ਇਸੇ ਤਰ੍ਹਾਂ ਪਾਰਟੀ ਤੌਰ ਤੇ ਵੀ ਗੱਲ ਆ ਕਿ ਜਿੱਥੇ ਸਾਡਾ ਪਾਰਟੀ ਦਾ ਵਰਕਰ ਚੰਗਾ ਵਾ, ਸਰਪੰਚ ਚੰਗਾ, ਉੱਥੇ ਪਾਰਟੀ ਦੀ ਜਿੱਤ ਹੁੰਦੀ ਆ, ਤੇ ਜਿੱਥੇ ਵਰਕਰ ਜਿਹੜਾ ਵਾ ਉਸ ਢੰਗ ਨਾਲ ਨਹੀਂ ਕੰਮ ਕਰਨ ਵਾਲਾ ਮਿਲਦਾ ਤੇ ਫਿਰ ਉੱਥੇ ਪਾਰਟੀ ਦੀ ਹਾਰ ਹੋ ਜਾਂਦੀ ਹੈ। ਸੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਨਗਰ ਚੋਂ ਮੈਨੂੰ ਵੋਟਾਂ ਪਾ ਕੇ ਜਿਤਾਇਆ। ਸਭ ਕਿਹੜਾ ਪਿੰਡ ਸੀ ਇਹ ਧਾਰੀਵਾਲ ਬਲਾਕ ਦਾ ਖੁੰਡੀ ਪਿੰਡ ਹੈ ਜੀ। ਖੁੰਡੀ। ਠੀਕ। ਕੀ ਪ੍ਰੋਗਰਾਮ ਸੀ ਇੱਥੇ? ਅੱਜ ਇੱਥੇ ਅਸੀਂ 4 ਨੀਂਹ ਪੱਥਰ ਰੱਖੇ ਆ। ਅੱਛਾ ਜੀ। ਅੱਜ ਵਾਟਰ ਸਪਲਾਈ ਦੀ ਟੈਂਕੀ ਦਾ ਕੰਮ ਕੰਪਲੀਟ ਹੋਇਆ। ਇਹ ਵੀ ਟੈਂਕੀ ਜਿਹੜੀ ਆ ਮੇਰੇ ਜਦੋਂ ਪਿਤਾ ਜੀ ਸੀਗੇ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ, ਉਹਨਾਂ ਮਨਜ਼ੂਰ ਕਰਵਾਈ ਸੀ ਜੀ। ਤੇ 5 ਸਾਲ ਕਾਂਗਰਸ ਸਰਕਾਰ 'ਚ ਪ੍ਰੋਜੈਕਟ ਰੁਲਦਾ ਰਿਹਾ। ਹਾਂਜੀ। ਹੁਣ ਫੇਰ ਸਾਡੀ ਸਰਕਾਰ ਆਈ ਹੈ ਤੇ ਅਸੀਂ ਕੰਪਲੀਟ ਕਰਕੇ ਤੇ ਪਿੰਡ ਨੂੰ ਜਿਹੜਾ ਵਾ ਸਾਫ਼ ਸੁਥਰਾ ਪਾਣੀ ਦਾ ਪ੍ਰਬੰਧ ਦਿੱਤਾ ਪਹਿਲਾਂ। ਫਿਰ ਅਸੀਂ ਇੱਥੇ ਪਬਲਿਕ ਟਾਇਲਟਸ ਬਣਵਾਈਆਂ ਨੇ। ਓਕੇ ਜੀ। ਫਿਰ ਪੰਚਾਇਤ ਘਰ ਬਣਿਆ ਜੀ। ਤੇ ਜਿਮ ਦੇ ਕਮਰੇ ਦਾ ਅੱਜ ਅਸੀਂ ਨੀਂਹ ਪੱਥਰ ਰੱਖਿਆ ਔਰ ਨਾਲੇ ਅਸੀਂ ਜਿਹੜੇ ਆ ਬੂਟੇ ਲਗਾਏ ਆ ਜੀ। ਹੁਣ ਜਿਸ ਤਰ੍ਹਾਂ ਕੱਲ 15 ਅਗਸਤ ਆ, ਭਗਵੰਤ ਮਾਨ ਸਾਹਿਬ ਨੇ ਮੁਹੱਲਾ ਕਲੀਨਿਕ ਕਹੇ ਆ ਕਿ ਪੰਜਾਬ ਦੇ ਵਿੱਚ ਖੋਲ੍ਹੇ ਜਾਣਗੇ ਜੀ, ਤੇ ਹਲਕਾ ਕਾਦੀਆਂ ਦੇ ਵਿੱਚ ਵੀ ਮੁਹੱਲਾ ਕਲੀਨਿਕ ਇਸ ਲੜੀ ਦੇ ਤਹਿਤ ਖੋਲ੍ਹੇ ਜਾਣਗੇ। ਇਹ ਸਾਡਾ ਅਜੇ ਪਹਿਲੀ ਲਿਸਟ 'ਚ ਨਹੀਂ ਆਇਆ। ਜਦੋਂ 117 ਹਲਕਿਆਂ ਵਾਲੀ ਜਿਹੜੀ ਦੂਜੀ ਲਿਸਟ ਆਏਗੀ, ਜੀ। ਦੂਜੀ ਲਿਸਟ 'ਚ ਸਾਡਾ ਜਿਹੜਾ ਪ੍ਰਪੋਜ਼ਲ ਜਾ ਚੁੱਕੀ ਆ। ਜੀ। ਦੂਜੀ ਲਿਸਟ 'ਚ ਜਿਹੜਾ ਉਹ ਸਾਡੇ ਹਲਕੇ ਦਾ ਵੀ ਆਏਗਾ। ਪਹਿਲੀ ਲਿਸਟ 'ਚ ਸਾਡੇ ਗੁਰਦਾਸਪੁਰ 'ਚ ਜ਼ਿਲ੍ਹੇ 'ਚ ਸਿਰਫ 2 ਹੀ ਆਏ ਆ, ਇੱਕ ਬਟਾਲੇ ਤੇ ਇੱਕ ਗੁਰਦਾਸਪੁਰ, 7 ਹਲਕਿਆਂ 'ਚ। ਅੱਛਾ ਜੀ। ਹਾਂਜੀ। ਬਾਕੀ ਫਿਰ ਜਿਹੜਾ ਉਹ ਦੂਜੀ ਲਿਸਟ 'ਚ ਜਦੋਂ ਆਉਣਗੇ ਫਿਰ ਅਸੀਂ ਸਾਰੀ ਪ੍ਰਪੋਜ਼ਲ ਆਲਰੇਡੀ ਭੇਜੀ ਹੋਈ ਹੈ ਜੀ। ਜਿਸ ਤਰ੍ਹਾਂ ਅੱਗੇ ਤੁਸੀਂ ਆਪਣੀ ਸਪੀਚ 'ਚ ਵੀ ਜ਼ਿਕਰ ਕੀਤਾ ਕਰਪਸ਼ਨ ਦਾ, ਜੀ। ਮੈਨੂੰ ਯਾਦ ਆ ਕਿ ਜਦੋਂ ਜਿਹੜੇ ਵਿਜੇ ਸਿੰਗਲਾ ਸੀ ਸਿਹਤ ਮੰਤਰੀ, ਜੀ। ਉਹਨਾਂ ਨੂੰ ਬਰਖਾਸਤ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ, ਜੀ। ਤੇ ਤੁਸੀਂ ਵੀ ਉਸ ਸਮੇਂ ਇੱਕ ਸਪੀਚ ਦਿੱਤੀ ਸੀ ਕਿ ਬਹੁਤ ਵਧੀਆ ਕਰਪਸ਼ਨ ਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਅੱਗੇ ਵੀ ਜਿਹੜਾ ਵਾ ਇਸ ਤਰ੍ਹਾਂ ਕਰਪਸ਼ਨ ਫ੍ਰੀ ਰਹੇਗਾ ਪੰਜਾਬ? ਦੇਖੋ ਤੁਸੀਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ 3 ਵਾਰਾਂ ਆ ਗਈ ਹੈ ਹੁਣ ਤਾਂ, ਉੱਥੇ ਦੇਖ ਲਓ ਕੋਈ ਕਰਪਸ਼ਨ ਨਹੀਂ ਗੀ, ਇਮਾਨਦਾਰੀ ਨਾਲ ਕੰਮ ਹੁੰਦਾ ਔਰ ਹਰ ਆਗੂ ਦੀ ਜਿਹੜੀ ਆ, ਹਰ ਇੱਕ ਆਮ ਬੰਦੇ ਦੀ ਸੁਣਵਾਈ ਹੁੰਦੀ ਆ। ਇਸੇ ਤਰ੍ਹਾਂ ਪੰਜਾਬ 'ਚ ਵੀ ਤੁਸੀਂ ਦੇਖਿਆ ਹੋਣਾ ਕਿ 6 ਮਹੀਨੇ ਸਾਨੂੰ ਹੋ ਚੱਲੇ ਆ ਬਿਲਕੁਲ ਜ਼ੀਰੋ ਟੋਲਰੈਂਸ ਟੂ ਕਰਪਸ਼ਨ, ਕਿਉਂਕਿ ਇਹ ਪਾਰਟੀ ਜਿਹੜੀ ਆ ਐਂਟੀ ਕਰਪਸ਼ਨ ਜਿਹੜੀ ਮੂਵਮੈਂਟ ਸ਼ੁਰੂ ਹੋਈ ਉਹਦੇ 'ਚੋਂ ਨਿਕਲੀ ਸੀ। ਸੋ ਸਾਡਾ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਮੁੱਦਾ ਹੈਗਾ ਉਹ ਆ ਕਰਪਸ਼ਨ, ਤੇ ਅਸੀਂ ਕਰਪਸ਼ਨ ਨੂੰ ਹਮੇਸ਼ਾ ਹੀ ਜ਼ੀਰੋ ਟੋਲਰੈਂਸ ਤੇ ਰੱਖਾਂਗੇ। ਠੀਕ ਹੈ। ਸੇਖਵਾਂ ਸਾਹਿਬ, ਇੱਕ ਵਿਸ਼ੇ ਤੋਂ ਹਟ ਕੇ ਵੈਸੇ ਮੈਂ ਤੁਹਾਨੂੰ ਸਵਾਲ ਪੁੱਛਦਾ। ਜੀ। ਸਵੇਰ ਦੇ ਚੱਲਦੇ ਆ ਆਪਾਂ, ਅੱਜ ਪੂਰਾ ਦਿਨ ਤੁਹਾਡੇ ਨਾਲ ਬਿਤਾਇਆ ਜੀ। ਤੇ ਇਸ ਸਮੇਂ ਰਾਤ ਹੋ ਚੁੱਕੀ ਆ, ਜੀ। ਤੇ 1-2 ਹੋਰ ਤੁਹਾਡੀ ਵਿਜ਼ਿਟ ਵੀ ਹੈਗੇ ਆ, ਤੇ ਥਕਾਵਟ ਨਹੀਂ ਹੁੰਦੀ ਜਾਂ ਕਿਵੇਂ ਮੈਨੇਜ ਕਰਦੇ ਹੋ ਟਾਈਮ ਨੂੰ? ਵੇਖੋ ਤੁਸੀਂ ਉਤਸ਼ਾਹ ਦੇਖਿਆ ਹੋਣਾ ਵਾ ਸੰਗਤ ਦਾ। ਹਾਂਜੀ। ਜਦੋਂ ਉਤਸ਼ਾਹ ਸੰਗਤ ਦਾ ਜਦੋਂ ਉਤਸ਼ਾਹ ਮਿਲ ਜਾਂਦਾ ਨਾ, ਫਿਰ ਸਾਡੀ ਥਕਾਵਟ ਜਿਹੜੀ ਉਹ ਦੂਰ ਹੋ ਜਾਂਦੀ ਹੈ। ਜੀ।
ਸੋ ਇਸ ਕਰਕੇ ਅਸੀਂ ਨਾਲੇ ਇਹ ਉਸ ਅਕਾਲ ਪੁਰਖ ਦੀ ਮਿਹਰ ਆ ਕਿ ਸਾਡੀ ਪਾਰਟੀ ਸਰਕਾਰ 'ਚ ਅਸੀਂ ਕਿਸੇ ਦਾ ਕੋਈ ਭਲਾ ਕਰ ਸਕਦੇ ਹਾਂ। ਤੇ ਵੱਧ ਤੋਂ ਵੱਧ ਮੇਰੀ ਤੇ ਇਹੋ ਹੀ ਮਨਸ਼ਾ ਹੁੰਦੀ ਆ, ਔਰ ਜੋ ਮੈਂ ਪੁਰਖਿਆਂ ਤੋਂ ਸਿੱਖਿਆ, ਮੇਰੇ ਸਵਰਗੀ ਪਿਤਾ ਜੀ, ਮੇਰੇ ਦਾਦਾ ਜੀ, ਉਹਨਾਂ ਨੇ ਹਲਕੇ ਲਈ ਨਹੀਂ, ਇਲਾਕੇ ਲਈ ਨਹੀਂ, ਪੰਜਾਬ ਲਈ ਇੱਕ ਕੰਮ ਕੀਤਾ, ਕਮੀਲ ਪੱਤਰ ਸਥਾਪਿਤ ਕੀਤੇ ਨੇ ਜੀ। ਸੋ ਉਹਨਾਂ ਦੇ ਜਿਹੜੇ ਰਾਹ ਨੇ, ਉਹਨਾਂ ਨੇ ਜੋ ਮੈਨੂੰ ਵਿਰਾਸਤ ਦਿੱਤੀ, ਮੈਂ ਉਹਦੇ ਤੇ ਉਹਨਾਂ ਦੇ ਰਾਹਾਂ ਤੇ ਚੱਲਣਾ ਵਾ ਔਰ ਆਪਣੇ ਪਰਿਵਾਰ ਦੇ ਨਾਂ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਵਾ। ਜੋ ਸਾਨੂੰ ਪਾਰਟੀ ਨੇ ਹਦਾਇਤਾਂ ਦਿੱਤੀਆਂ ਨੇ ਜੀ। ਕਿ ਇਹ ਜਿਹੜੀ ਸਰਕਾਰ ਆ ਇਹ ਦਫ਼ਤਰਾਂ 'ਚੋਂ ਨਹੀਂ, ਲੋਕਾਂ ਦੀਆਂ ਸੱਥਾਂ 'ਚੋਂ ਚੱਲੂਗੀ, ਪਿੰਡਾਂ ਦੀਆਂ ਸੱਥਾਂ 'ਚੋਂ ਚੱਲੂਗੀ। ਸੋ ਇਸ ਕਰਕੇ ਮੈਂ ਆਪ ਔਨ ਗਰਾਊਂਡ ਜਾ ਰਿਹਾ ਔਰ ਪ੍ਰਸ਼ਾਸਨ ਵੀ ਸਾਰਾ ਤੁਸੀਂ ਦੇਖਿਆ ਹੋਣਾ ਜੀ ਜੀ ਕਿ ਬਿਲਕੁਲ। ਜਿਹੜੇ ਅਫਸਰ ਕਦੀ ਦਫ਼ਤਰਾਂ 'ਚੋਂ ਏਸੀ ਤੋਂ ਬਾਹਰ ਨਹੀਂ ਨਿਕਲੇ, ਉਹ ਕਲਾਸ 1 ਅਫਸਰ ਮੇਰੇ ਜੇ ਵੇਖੋ ਲੀਡਰ ਗਰਮੀ 'ਚ ਆ ਰਿਹਾ ਤਾਂ ਅਫਸਰਾਂ ਨੂੰ ਵੀ ਜਾਣਾ ਪੈਣਾ। ਬਿਲਕੁਲ। ਸੋ ਇਸ ਕਰਕੇ ਅਫਸਰ ਵੀ ਹਰਕਤ 'ਚ ਨੇ, ਉਹ ਆਪ ਜਦੋਂ ਪਿੰਡਾਂ 'ਚ ਜਾ ਕੇ ਔਨ ਗਰਾਊਂਡ ਦੇਖਣਗੇ ਤੇ ਨੈਚੁਰਲੀ ਜਿਹੜਾ ਵਾ ਵਿਕਾਸ ਜਿਹੜਾ ਉਹ ਵਧੀਆ ਢੰਗ ਨਾਲ ਹੋ ਸਕਦਾ। ਬਿਲਕੁਲ। ਇੱਕ ਸੇਖਵਾਂ ਸਾਹਿਬ ਨੇ ਧਨੋਆ ਪੁਲ ਬਣਾਇਆ ਸੀ, ਇੱਕ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਸੀ ਪੇਟ ਦੇ ਹਲਕੇ ਦਾ, ਕਿਉਂਕਿ ਪੇਟ ਦਾ ਹਲਕਾ ਵੀ ਤੁਹਾਡੇ ਅੰਦਰ ਹੈ। ਤੇ ਉਸ ਜਿਹੜਾ ਪਿੰਡ ਆ ਧਨੋਏ ਤੋਂ ਹੀ ਇਕੱਲੇ ਸੀਮਤ ਤੋਂ ਪਿੰਡ ਰਹਿ ਗਿਆ, ਪਰ ਪੇਟ ਜਿਹੜਾ ਉਹਨਾਂ ਬੈਨੀਫੀਸ਼ੀਅਲ ਨਹੀਂ ਲੈ ਰਿਹਾ, ਕਿਉਂਕਿ ਉਹਦਾ ਰੀਜ਼ਨ ਇਹ ਆ ਕਿ ਜਿਹੜੀਆਂ ਉੱਥੇ ਰੋਡ ਆ ਉਹ ਇੰਨੀ ਜਿਹੜੀ ਆ ਚੌੜੀ ਨਹੀਂ ਹੈਗੀ। ਹਾਂਜੀ, ਜਿਹਦੇ ਕਾਰਨ ਕਰਕੇ, ਕਿਉਂਕਿ ਉਸ ਏਰੀਏ ਤੋਂ ਜਿਹੜਾ ਵਾ ਜ਼ਿਆਦਾ ਗੰਨੇ ਦੀ ਕਾਸ਼ਤ ਜਿਹੜੀ ਆ ਮੁਕੇਰੀਆਂ ਮਿਲ ਨੂੰ ਹੁੰਦੀ ਆ। ਬਿਲਕੁਲ ਠੀਕ। ਤੇ ਤੁਸੀਂ ਕੋਈ ਪ੍ਰੋਜੈਕਟ ਕਰੋਗੇ ਜਾਂ ਕੋਈ ਕੋਸ਼ਿਸ਼ ਕਰੋਗੇ ਕਿ ਜਿਹੜੀ ਉਹ ਸੜਕਾਂ ਨੂੰ ਚੌੜਾ ਕੀਤਾ ਜਾ ਸਕੇ, ਤਾਂ ਕਿ ਜ਼ਿਮੀਂਦਾਰ ਜਿਹੜੇ ਆਪਣਾ ਗੰਨਾ ਜਿਹੜਾ ਦੁਰਘਟਨਾਵਾਂ ਵਾਪਰਦੀਆਂ ਨੇ ਜੀ। ਉਹ ਰੁਕਣ। ਮੈਂ ਤੁਹਾਨੂੰ ਪਿਛੋਕੜ 'ਚ ਲੈ ਜਾਣਾ ਕਿ ਇਹ ਪੁਲ ਜਿਹੜਾ ਇਹ ਬਹੁਤ ਸੇਖਵਾਂ ਸਾਹਿਬ ਦੇ ਪਰਸਨਲ ਐਫਰਟਸ ਕਰਕੇ, ਜੀ, ਕਿਉਂਕਿ ਇਹ ਪੁਲ ਪਹਿਲੋਂ ਮਨਜ਼ੂਰ ਹੀ ਨਹੀਂ ਹੋ ਸਕਦਾ, ਕਿਉਂਕਿ ਉੱਥੇ ਲਾਗੇ ਹੀ ਨਸ਼ਹਿਰੇ ਪਤਨ ਤੇ ਪੁਲ ਬਣਿਆ, ਔਰ ਨਸ਼ਹਿਰੇ ਪਤਨ ਦਾ ਔਰ ਇਹਦਾ ਮੈਨੂੰ ਲੱਗਦਾ 10-12 ਕਿਲੋਮੀਟਰ ਦਾ ਹਾਂਜੀ ਹਾਂਜੀ ਫਰਕ ਆ। ਬਿਲਕੁਲ। ਪਰ ਇਹ ਜਿਹੜੇ ਆ ਰੂਲਸ ਅਮੈਂਡ ਕਰਵਾ ਕੇ ਪੁਲ ਬਣਾਇਆ ਗਿਆ ਸੀ। ਡਿਫੈਂਸ ਮਿਨਿਸਟਰੀ ਤੱਕ ਤੋਂ ਅਸੀਂ ਅਪਰੂਵਲ, ਸੇਖਵਾਂ ਸਾਹਿਬ ਆਪ ਦਿੱਲੀ ਜਾ ਕੇ ਜਿਹੜੇ ਉਹਨਾਂ ਅਪਰੂਵਲ ਲਏ, ਇੰਨੀ ਮਿਹਨਤ ਕੀਤੀ, ਹਾਂਜੀ ਜੀ, ਤੇ ਇਹ ਪੁਲ ਅਪਰੂਵ ਹੋਇਆ। ਹਾਂਜੀ। ਤੇ ਉਦੋਂ ਫਿਰ ਸਰਕਾਰ ਚਲੀ ਗਈ, 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ, ਅਸੀਂ ਪੁਲ ਬਣਾਤਾ, ਇਹਨਾਂ ਕੋਲ ਸੜਕਾਂ ਨਹੀਂ ਬਣਾਈਆਂ ਜਿਹੜੀਆਂ ਕਨੈਕਟਿੰਗ ਰੋਡ ਸੀਗੀਆਂ ਪੁਲ ਦੇ ਅੱਗੇ। ਜੋ ਅਸੀਂ ਕੀਤਾ ਉੱਥੇ ਦਾ ਉੱਥੇ, ਇੱਕ ਸਟੈਪ ਵੀ ਅੱਗੇ ਨਹੀਂ ਹੋਇਆ। ਸੋ ਹੁਣ ਕਿਉਂਕਿ ਮੇਰੀਆਂ ਪਰਸਨਲ ਜਿਹੜੀਆਂ ਫੀਲਿੰਗਸ ਨੇ ਉਹ ਇਸ ਪੁਲ ਨਾਲ ਜੁੜੀਆਂ ਹੋਈਆਂ, ਕਿਉਂਕਿ ਮੇਰੇ ਪਿਤਾ ਜੀ ਨੇ ਇਹ ਬਣਾਇਆ ਸੀਗਾ ਔਰ ਉਹ ਹੁਣ ਸਾਡੇ ਵਿੱਚ ਨਹੀਂ ਰਹੇ। ਜੀ। ਸੋ ਮੇਰਾ ਵੀ ਇਹ ਇੱਕ ਸੁਪਨਾ ਆ ਕਿ ਜੋ ਉਹਨਾਂ ਦੇ ਅਧੂਰੇ ਕਾਰਜ ਰਹਿ ਗਏ ਆ, ਕਿਉਂਕਿ ਜੇ ਉਦੋਂ ਸਰਕਾਰ ਆ ਜਾਂਦੀ ਤੇ ਇਹਨਾਂ ਪ੍ਰਪੋਜ਼ਲ ਬਣਾਇਆ ਸੀਗਾ ਜੀ ਕਿ 18 ਫੁੱਟ ਤੇ ਜਿੰਨੀਆਂ ਅਪਰੋਚ ਰੋਡ ਨੇ ਪੁਲ ਤੱਕ ਉਹ 22 ਫੁੱਟ, ਜੇ ਨਹੀਂ 22 ਫੁੱਟ ਜਗ੍ਹਾ ਹੈਗੀ ਤੇ 18 ਫੁੱਟ। ਜੀ। ਕਿਉਂਕਿ ਟਰਾਲੀਆਂ, ਕਿਉਂਕਿ ਤੁਸੀਂ ਆਪ ਜਿਸ ਤਰ੍ਹਾਂ ਦੱਸਿਆ ਕਿ ਜਿਹੜੀ ਬੇਟ ਦੀ ਬੈਲਟ ਆ, ਇੱਥੇ ਗੰਨਾ ਕਮਾਦ ਜ਼ਿਆਦਾ ਹੁੰਦਾ, ਗੰਨੇ ਦੇ ਕਾਸ਼ਤਕਾਰ ਜ਼ਿਆਦਾ ਨੇ, ਤੇ ਨੈਚੁਰਲੀ ਗੰਨਾ ਟਰਾਲੀਆਂ ਤੇ ਜਾਣਾ। ਬਿਲਕੁਲ। ਸੋ ਘੱਟੋ ਘੱਟ ਸੜਕ ਉਹੋ ਜਿਹੀ ਚਾਹੀਦੀ ਹੈ ਜਿੱਥੇ ਘੱਟੋ ਘੱਟ 2 ਟਰਾਲੀਆਂ ਆਪਸ 'ਚ ਪਾਸ ਹੋ ਜਾਣ, ਜਾਮ ਨਾ ਲੱਗੇ। ਬਿਲਕੁਲ। ਹੁਣ ਕੀ ਹੁੰਦਾ ਕਿ ਪੁਲ ਦਾ ਜਿਹੜਾ ਨਾ ਉਹ ਪ੍ਰੋਪਰ ਇੰਨਾ ਪੈਸਾ ਵੀ 60-65 ਕਰੋੜ ਰੁਪਇਆ ਲੱਗਿਆ ਵਾ, ਉਹਦਾ ਉਹਨਾਂ ਬੈਨੀਫਿਟ ਨਹੀਂ ਲਿਆ ਜਾ ਰਿਹਾ ਜਿੰਨਾ ਅਪਰੋਚ, ਕਿਉਂਕਿ ਥੋੜਾ ਹੀ ਪੈਸਾ ਲੱਗਣਾ ਵਾ ਬਿਲਕੁਲ। ਤੇ ਅਪਰੋਚ ਰੋਡ ਬਣ ਜਾਣੀਆਂ। ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜੀ ਕਿ ਮੈਂ ਜਿਹੜੀ ਹੁਣ ਪ੍ਰਪੋਜ਼ਲ ਅਸੀਂ ਭੇਜੀ ਆ, ਉਸ ਜਿੰਨੀਆਂ ਪੁਲ ਨੂੰ ਕਨੈਕਟ ਕਰਨ ਵਾਲੀਆਂ ਸੜਕਾਂ ਉਹ ਅਸੀਂ 18 ਫੁੱਟ ਲਈ ਉੱਪਰ ਭੇਜਤੀ ਆ। ਜੀ। ਤੁਸੀਂ ਇਹ ਆਪਣਾ ਬਿਆਨ ਵੀ ਮਾਨ ਸਾਹਿਬ ਦਾ ਵੇਖਿਆ ਹੋਣਾ ਕਿ ਉਹਨਾਂ ਮੰਡੀਕਰਨ ਬੋਰਡ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਜਿੰਨੀਆਂ ਮੇਨ ਅਪਰੋਚ ਰੋਡ ਨੇ ਉਹ ਸਾਰੀਆਂ 18 ਫੁੱਟ ਕੀਤੀਆਂ ਜਾਣ। ਜੀ। ਤੇ ਉਹਦੇ ਤਹਿਤ ਅਸੀਂ ਇਹ ਮੈਂ ਪ੍ਰਪੋਜ਼ਲ ਜਿਹੜੀ ਆ ਮਹਿਕਮੇ ਦੇ ਥਰੂ ਭੇਜੀ ਆ। ਜੀ। ਜੀ। ਤੇ ਉਹਦੇ ਚ ਪੁਲ ਦਾ ਵੀ ਵੇਰਵਾ ਦਿੱਤਾ ਕਿ ਇਹ ਪੁਲ ਜਿਹੜਾ ਵਾ 2 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਪੁਲ ਵਾ, ਤੇ ਇਹਦੀਆਂ ਜਿਹੜੀਆਂ ਵੀ ਜਿੰਨੀਆਂ ਵੀ ਆਪਣੇ ਉਹਦੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਨੂੰ 18 ਫੁੱਟ ਤੇ 22 ਫੁੱਟ ਕੀਤਾ ਜਾਵੇ। 3-4 ਰੋਡ ਜਿਹੜੀਆਂ ਨੇੜ ਭਵਿੱਖ 'ਚ ਉਹ 18 ਫੁੱਟ, ਚਾਹੇ ਉਹ ਝੰਡੇ ਲਵਾਣੇ ਵਾਲੀ ਹੋਵੇ, ਚਾਹੇ ਉਹ ਜਿਹੜੀ ਆ ਆਪਣਾ ਮੇਨ ਮੁੱਲਾਂਵਾਲ ਵਾਲੀ ਹੋਵੇ, ਚਾਹੇ ਅੱਗੇ ਹੋਵੇ ਫੁੱਲੜੇ ਵਾਲੀ, ਇਹ ਸਾਰੀਆਂ ਜਿੰਨੀਆਂ ਅਪਰੋਚ ਰੋਡ ਨੇ ਇਹ ਸਾਰੀਆਂ ਹੀ 18 ਫੁੱਟ ਤੇ 22 ਫੁੱਟ ਕੀਤੀਆਂ ਜਾਣਗੀਆਂ ਨੇੜ ਭਵਿੱਖ 'ਚ। ਠੀਕ ਹੈ ਜੀ। ਇੱਕ ਸੇਖਵਾਂ ਸਾਹਿਬ ਹੋਰ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਤੁਹਾਨੂੰ ਇੱਕ ਨਿੱਜੀ ਸਵਾਲ ਪੁੱਛਣਾ ਚਾਹਾਂਗਾ ਜੀ। ਕਿ ਹੁਣ ਆਹ ਦੇਖੋ, ਆਹ ਰੋਡ ਆ, ਜੀ ਜੀ ਇਹ 11 ਫੁੱਟ ਆ, ਤੇ ਆਹ ਹੁਣ ਤੁਸੀਂ ਦੇਖਿਆ ਸਾਹਮਣੇ ਗੱਡੀ ਆਈ ਤੇ ਸਾਨੂੰ ਰੁਕਣਾ ਪਿਆ। ਬਿਲਕੁਲ। ਇਹ ਵੀ ਅਸੀਂ ਖੁੰਡੇ ਤੋਂ ਲੈ ਕੇ ਤੇ ਡੇਰੀ ਹਾਲ ਤੱਕ, ਜੀ ਜੀ ਡੇਰੀ ਹਾਲ ਤੋਂ ਵਾਇਆ ਠੱਕਰ ਸੰਧੂ ਕਾਦੀਆਂ ਤੱਕ ਇਹ ਵੀ 18 ਫੁੱਟ ਕਰਤੀ, ਤਾਂ ਕਿ ਹੁਣ ਜਦੋਂ ਅੱਗੋਂ ਗੱਡੀ ਆਊਗੀ ਸਾਨੂੰ ਰੁਕਣਾ ਨਹੀਂ ਪਊਗਾ। ਠੀਕ ਹੈ। ਤਾਂ ਮੇਰਾ ਸਵਾਲ ਸੀ ਕਿ ਮੇਰਾ ਇੱਕ ਤੁਹਾਨੂੰ ਨਿੱਜੀ ਸਵਾਲ ਇਹ ਆ ਕਿ ਜਿਸ ਤਰ੍ਹਾਂ ਹੁਣ ਇੱਕ ਤਾਂ ਸਿਆਸਤ ਜਿਹੜੀ ਆ ਤੁਹਾਨੂੰ ਪਿਤਾ ਪੁਰਖੀ ਮਿਲੀ ਹੋਈ ਹੈ,
ਵੈਸੇ ਨਿੱਜੀ ਤੌਰ ਦੇ ਉੱਪਰ ਤੁਸੀਂ ਜਿਹੜਾ ਵਾ ਸਿਆਸਤ ਦੇ ਵਿੱਚ ਕਿਹਨੇ ਪ੍ਰੇਰਿਤ ਕੀਤਾ ਤੁਹਾਨੂੰ ਸਿਆਸਤ ਦੇ ਵਿੱਚ ਆਉਣ? ਦੇਖੋ ਮੈਂ ਤੇ ਵੇਖੋ ਸਾਡੇ ਘਰ ਦਾ ਮਾਹੌਲ ਪਹਿਲੋਂ ਮੇਰੇ ਸਵਰਗੀ ਦਾਦਾ ਜੀ ਜਿਹੜੇ ਹਾਂਜੀ। ਅਕਾਲੀ ਦਲ ਦੇ ਪ੍ਰਧਾਨ ਰਹੇ ਆ, ਇਸ ਇਲਾਕੇ ਤੋਂ ਐਮਐਲਏ ਰਹੇ ਆ, ਜੀ ਜੀ ਮੈਂ ਉਹਨਾਂ ਨੂੰ ਵੇਖਦਾ। ਜੀ ਫਿਰ ਮੇਰੇ ਪਿਤਾ ਜੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਆਏ ਆ, ਉਹਨਾਂ ਨੂੰ ਵੇਖਦਾ ਵੱਡਾ ਹੋਇਆ। ਕਿ ਸਿਆਸਤ ਮੈਨੂੰ ਇਹ ਨਹੀਂ ਗਾ ਕਿ ਮੈਂ ਕੋਈ ਚੌਧਰ ਕਰਨੀ ਆ ਜਾਂ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਪਾਵਰ ਚਾਹੀਦੀ। ਮੈਂ ਇਹ ਵੇਖਦਾ ਆ ਕਿ ਕਿੰਨਾ ਤੁਸੀਂ ਸੁਧਾਰ ਕਰ ਸਕਦੇ ਹੋ ਇਲਾਕੇ ਦਾ, ਕਿੰਨੇ ਲੋਕਾਂ ਦਾ ਤੁਸੀਂ ਭਲਾ ਕਰ ਸਕਦੇ ਹੋ ਹੈ ਜੀ। ਸੋ ਇਸ ਕਰਕੇ ਮੈਂ ਤੇ ਪ੍ਰੇਰਨਾ ਆਪਣੇ ਪਰਿਵਾਰ ਤੋਂ ਲਈ ਆ, ਆਪਣੇ ਦਾਦਾ ਜੀ ਔਰ ਆਪਣੇ ਪਿਤਾ ਜੀ ਤੋਂ ਸਿਆਸਤ 'ਚ ਆਉਣ ਬਾਰੇ, ਕਿ ਇਹ ਇੱਕ ਬੜਾ ਅੱਛਾ ਮਾਧਿਅਮ ਆ ਸੇਵਾ ਕਰਨ ਦੇ। ਠੀਕ ਹੈ। ਤੇ ਜੇ ਜਗਰੂਪ ਸਿੰਘ ਸੇਖਵਾਂ ਸਾਹਿਬ ਨੂੰ ਪੁੱਛੀਏ ਕਿ ਉਹਨਾਂ ਦਾ ਸਿਆਸਤੀ ਗੁਰੂ ਕੌਣ ਆ ਤੇ ਕੌਣ ਆ ਜੀ? ਨਹੀਂ ਇਸ ਵੇਲੇ ਤਾਂ ਵੇਖੋ ਮੇਰੇ ਪਿਤਾ ਜੀ ਤੋਂ ਬਾਅਦ ਹਾਂਜੀ ਮੈਂ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਆਪਣਾ ਸਿਆਸੀ ਗੁਰੂ ਮੰਨਣਾ, ਕਿਉਂਕਿ ਜੋ ਉਹਨਾਂ ਦੀ ਸੋਚ ਆ ਦੇਸ਼ ਦੇ ਪ੍ਰਤੀ। ਵੇਖੋ ਮੇਰੇ ਸਵਰਗੀ ਦਾਦਾ ਜੀ ਜਿਹੜੇ ਸੀਗੇ ਉਹ ਬੜਾ ਇੱਕ ਚੀਜ਼ ਤੇ ਐਮਫਸਿਸ ਦਿੰਦੇ ਹੁੰਦੇ ਸੀ ਕਿ ਪੜ੍ਹਾਈ ਜ਼ਰੂਰ ਕਰਾਉਣੀ ਆ ਬੱਚਿਆਂ ਜੀ। ਸਮੇਲ ਮੈਂ ਦੱਸ ਰਿਹਾ ਨਾ ਕਿ ਸਮੇਲ ਕਿੱਦਾਂ ਹਾਂਜੀ ਤੇ ਕੇਜਰੀਵਾਲ ਸਾਹਿਬ ਦਾ ਵੀ ਸਭ ਤੋਂ ਪਹਿਲਾ ਏਜੰਡਾ ਵਾ ਸਿੱਖਿਆ, ਬਿਲਕੁਲ ਹੈ ਜੀ ਕਿ ਐਜੂਕੇਸ਼ਨ ਨੂੰ ਉੱਤੇ ਕਿੱਦਾਂ। ਅਸੀਂ ਹੁਣ ਪਿੰਡ 'ਚ ਆਪਣੀ ਸੰਸਥਾ ਚਲਾ ਰਹੇ ਹਾਂ ਜੀ ਸਾਡਾ ਚੈਰੀਟੇਬਲ ਟਰਸਟ ਆ ਦਾਦਾ ਜੀ ਦੇ ਨਾਂ ਤੇ, ਕਿਉਂਕਿ ਇਹ ਉਹਨਾਂ ਦੀ ਸੋਚ ਸੀ। ਇਹ ਸਾਨੂੰ ਕਹਿ ਕੇ ਗਏ ਸੀ ਕਿ ਮੈਂ ਇੱਥੇ ਇਲਾਕੇ 'ਚ ਉਦੋਂ ਸਕੂਲ ਨਾ ਹੋਣ ਕਰਕੇ ਪੜ੍ਹ ਨਹੀਂ ਸਕਿਆ। ਜੀ ਮੈਂ ਨਹੀਂ ਚਾਹੁੰਦਾ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਇੱਦਾਂ ਹੀ ਰਹਿ ਜਾਣ। ਇੱਥੇ ਸਕੂਲ ਵੀ ਹੋਏ, ਇੱਥੇ ਕਾਲਜ ਵੀ ਹੋਏ, ਇੱਥੇ ਹਸਪਤਾਲ ਵੀ ਹੋਏ। ਸੋ ਇਸ ਤੁਸੀਂ ਦੇਖਿਆ ਹੋਣਾ ਕਿ ਅਸੀਂ ਟਰਸਟ ਚਲਾ ਰਹੇ ਹਾਂ ਦਾਦਾ ਜੀ ਦੇ ਨਾਂ ਤੇ, ਸੇਵਾ ਕਰ ਰਹੇ ਹਾਂ ਬੜੀ ਲੋ ਫੀਸ ਰੱਖ ਕੇ ਤੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਕਿਉਂਕਿ ਮੇਰੇ ਦਾਦਾ ਜੀ ਦੀ ਵੀ ਇਹ ਮਨਸ਼ਾ ਸੀ ਔਰ ਮੇਰੇ ਪਿਤਾ ਜੀ ਨੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਇਆ ਕਿ ਰੂਰਲ ਏਰੀਆ ਦੇ ਵਿੱਚ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਜਿਹੜੀ ਆ ਉਹ ਦਿੱਤੀ ਜਾਵੇ। ਸੋ ਇਹੀ ਕੇਜਰੀਵਾਲ ਸਾਹਿਬ ਦਾ ਜਿਹੜਾ ਏਜੰਡਾ ਆ ਹਾਂਜੀ ਕਿ ਅਸੀਂ ਹਰ ਗਰੀਬ ਨੂੰ ਹਿੰਦੁਸਤਾਨ ਦੇ ਨੂੰ ਚੰਗੀ ਸਿੱਖਿਆ ਦੇਣੀ। ਸੋ ਇਸ ਕਰਕੇ ਉਹਨਾਂ ਦੀ ਸੋਚ ਜਿਹੜੀ ਆ ਉਹ ਬੜੀ ਅੱਛੀ ਸੋਚ ਆ ਔਰ ਮੈਂ ਉਹਨਾਂ ਨੂੰ ਆਈਡਲ ਆਪਣਾ। ਤੇ ਸੇਖਵਾਂ ਸਾਹਿਬ ਨਾਲ ਜੁੜੀ ਕੋਈ ਅਜਿਹੀ ਯਾਦ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਸਰਦਾਰ ਸੇਵਾ ਸਿੰਘ ਸੇਖਵਾਂ ਨਾਲ? ਕਿਉਂਕਿ ਜ਼ਿੰਦਗੀ ਦੇ ਵਿੱਚ ਬੰਦੇ ਦੇ ਕਈ ਤਜਰਬੇ ਹੁੰਦੇ, ਕਈ ਜ਼ਿਆਦਾ ਹੁੰਦੀਆਂ, ਕਈ ਘਟਨਾਵਾਂ ਹੁੰਦੀਆਂ। ਕਿ ਇੱਕ ਸਮਾਂ ਅਜਿਹਾ ਹੁੰਦਾ ਕਿ ਜਦੋਂ ਬੰਦਾ ਬਹੁਤ ਖੁਸ਼ ਹੁੰਦਾ, ਇੱਕ ਸਮਾਂ ਅਜਿਹਾ ਹੁੰਦਾ ਜਦੋਂ ਬੰਦਾ ਬਹੁਤ ਦੁਖੀ ਹੁੰਦਾ। ਕੋਈ ਅਜਿਹੀ ਘਟਨਾ ਆਪਣੀ ਜ਼ਿੰਦਗੀ ਦੀ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ? ਸੇਖਵਾਂ ਸਾਹਿਬ ਨਾਲ ਬੜੀਆਂ ਬਹੁਤ ਜ਼ਿਆਦਾ ਨੇ, ਇੱਕ ਨਹੀਂ ਕਈ ਅਨੇਕਾਂ, ਕਿਉਂਕਿ ਰੋਜ਼ ਮੈਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ 'ਚ ਉਹਨਾਂ ਦੀ ਯਾਦ ਆ ਹੀ ਜਾਂਦੀ ਹੈ। ਆ ਹੁਣ ਜਿੱਦਾਂ ਅਸੀਂ ਚੱਕ ਪੜੋਏ ਮੈਂ ਸਪੀਚ ਕਰ ਰਿਹਾ ਸੀ, ਮੈਂ ਸੇਖਵਾਂ ਸਾਹਿਬ ਨੂੰ ਕੋਟ ਕਰਕੇ ਆਖਿਆ ਕਿ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ, ਸਪੀਚਾਂ 'ਚ ਵੀ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਕੰਮ ਪਿਆਰਾ ਵਾ, ਚੰਮ ਪਿਆਰਾ ਨਹੀਂ ਹੈ। ਕਿ ਮੈਨੂੰ ਉਹ ਵਰਕਰ ਪਿਆਰਾ ਵਾ ਜਿਹੜਾ ਕੰਮ ਕਰਦਾ ਹੈ, ਲੋਕਾਂ ਦੀ ਸੇਵਾ ਕਰਦਾ ਹੈ, ਉਹ ਪਿਆਰਾ ਵਾ। ਮੈਨੂੰ ਉਹ ਨਹੀਂ ਪਿਆਰਾ ਕਿ ਜਿਹੜਾ ਫਿਜ਼ੀਕਲ ਅਪੀਅਰੈਂਸ 'ਚ ਬੜਾ ਸੋਹਣਾ ਸੁਨੱਖਾ ਲੱਗੇ। ਮੈਨੂੰ ਕੰਮ ਵਾਲਾ ਬੰਦਾ ਚੰਗਾ ਲੱਗਦਾ ਜੀ। ਸੋ ਅੱਜ ਤੇ ਅਸੀਂ ਉਹ ਯਾਦ, ਉਹਨਾਂ ਦੀ ਉਹ ਗੱਲ ਯਾਦ ਕਰ ਰਹੇ ਹਾਂ। ਔਰ ਰੋਜ਼ ਹੀ ਮੈਨੂੰ ਨਹੀਂ ਲੱਗਦਾ ਕੋਈ ਵੀ ਦਿਨ ਉਹਨਾਂ ਤੋਂ ਬਾਅਦ ਕੋਈ ਹੋਇਆ ਹੋਊਗਾ ਕਿ ਉਹਨਾਂ ਨੂੰ ਮੈਂ ਯਾਦ ਨਹੀਂ ਕੀਤੀ। ਰੋਜ਼ ਹੀ ਕਿਸੇ ਨਾ ਕਿਸੇ ਗੱਲ 'ਚ, ਕਿਸੇ ਨਾ ਕਿਸੇ ਚੀਜ਼ 'ਚ ਉਹਨਾਂ ਦੀ ਯਾਦ ਆਉਂਦੀ ਰਹਿੰਦੀ ਆ। ਸੋ ਹੁਣ ਤੁਸੀਂ ਜਿਵੇਂ ਦੇਖ ਰਹੇ ਹੋ ਸਮਾਂ ਵੀ ਰਾਤ ਦਾ ਹੋ ਚੁੱਕਾ, ਅਜੇ ਤੱਕ ਵੀ ਸੇਖਵਾਂ ਸਾਹਿਬ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਸੋ ਅੱਗੇ ਵੀ ਇਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹੋ ਜਸਟ ਪੰਜਾਬ। ਚਾਹਾਂਗਾ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ, ਸਾਡੀ ਸਰਕਾਰ ਤੇ ਵਿਸ਼ਵਾਸ ਰੱਖੋ। ਅਸੀਂ ਸਾਫ਼ ਨੀਤ ਨਾਲ ਤੁਰੇ ਹਾਂ ਤੇ ਰਾਹ ਤੇ ਕੀਤਾ, ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ। ਔਰ ਉਹ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ, ਉਹ ਪੰਜਾਬ ਨੂੰ ਬਦਲਾਂਗੇ। ਤੁਸੀਂ ਵੀ ਸਾਡਾ ਸਾਥ ਦਿਓ, ਅਸੀਂ ਇਸ ਸਿਸਟਮ ਨੂੰ ਬਦਲੀਏ ਔਰ ਹਰ ਵਰਗ ਜਿਹੜਾ ਪੰਜਾਬ ਦਾ ਖੁਸ਼ਹਾਲ ਹੋਵੇ। ਤੁਹਾਡਾ ਬਹੁਤ ਨਿੱਜੀ ਤੌਰ 'ਤੇ ਧੰਨਵਾਦ। ਤੁਸੀਂ ਵੀ ਸਾਰਾ ਦਿਨ ਗਰਮੀ ਦੀ ਰੋਜ਼ ਸਾਡੇ ਨਾਲ ਰਹੇ ਹੋ, ਕਿਉਂਕਿ ਜੇ ਅਸੀਂ ਮਿਹਨਤ ਕਰ ਰਹੇ ਹਾਂ ਤੁਹਾਡੀ ਵੀ ਬਰਾਬਰੀ ਆ। ਤੁਹਾਡਾ ਵੀ ਬਹੁਤ ਧੰਨਵਾਦ। ਸੋ ਇਹ ਸੰਸਥਾ ਦਾ